ਗੈਂਗ ਰੇਪ ਕਰਕੇ ਉਹ ਪੀੜਤ ਪਈ ਹੈ। ਇਹ ਕੇਸ ਦੇ ਵਿੱਚ ਇਹਨੇ ਆਪਣੀ ਸੰਜੀਦਗੀ ਦਿਖਾਈ ਹੈ ਤਾਂ ਇਹ ਇਸ ਅੰਜਾਮ ਤੇ ਪਹੁੰਚਿਆ। ਖਰੜਾ ਸਾਹਿਬ ਕੁੜੀ ਦੀ ਦਲੇਰੀ ਸੀ, ਵਿਕਟਮ ਸੀ ਜਿਹੜੀ, ਕੀ ਉਹਨੂੰ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਸੀਗਾ ਉਹਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਨੇ ਪੂਰਾ ਸਾਥ ਦਿੱਤਾ? ਮਾਵਾਂ ਧੀਆਂ ਦਲੇਰ ਸੀ, ਮੇਰੀ ਉਹਨਾਂ ਨੂੰ ਨਾ ਸਲਾਮ ਹੈ। ਪੰਜਾਬ ਸਰਕਾਰ ਨੇ ਐਸਐਸਪੀ ਜੰਮੂ ਨੂੰ ਐਪਰੀਸੀਏਸ਼ਨ ਲੈਟਰ ਭੇਜਿਆ। ਤੇ ਖਰੜਾ ਸਾਹਿਬ, ਜਦੋਂ ਇਸ ਤਰ੍ਹਾਂ ਦੇ ਕੇਸ ਹੁੰਦੇ ਆ, ਜਿਸ ਤਰ੍ਹਾਂ ਇਹ ਵਾਪਰਿਆ, ਤੁਸੀਂ ਇੱਥੋਂ ਟਰੇਸ ਕੀਤੇ, ਜਿਹੜੇ ਬਾਕੀ 4 ਬੰਦੇ ਸੀਗੇ ਉਹ ਫਿਰ ਕਠੂਏ ਤੋਂ ਜਾ ਕੇ ਤੁਸੀਂ ਗ੍ਰਿਫਤਾਰ ਕੀਤੇ? ਅਸੀਂ ਆਪਣੀ ਤਫਤੀਸ਼ ਲਗਭਗ 3 ਹਫ਼ਤੇ 'ਚ ਕੰਪਲੀਟ ਕਰਤੀ ਸੀ। ਕੁਝ ਸਾਲ ਪਹਿਲਾਂ ਪੂਰੇ ਦੇਸ਼ ਨੂੰ ਇੱਕ ਘਟਨਾ ਨੇ ਹਿਲਾ ਕੇ ਰੱਖ ਦਿੱਤਾ ਸੀ। ਉਹ ਸੀ ਨਿਰਭਇਆ ਗੈਂਗ ਰੇਪ ਤੇ ਕਤਲਕਾਂਡ, ਜਿਹੜਾ ਦਿੱਲੀ ਦੇ ਵਿੱਚ ਇੱਕ ਹਾਦਸਾ ਵਾਪਰਿਆ ਸੀ। ਉਸ ਤੋਂ ਬਾਅਦ ਕੁਝ ਚਿਰ ਬਾਅਦ ਅਜਿਹੇ ਹਾਦਸੇ ਹੁੰਦੇ ਰਹੇ ਨੇ ਜਿਹੜੇ ਫਿਰ ਤੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੇ ਨੇ ਔਰ ਧੁਰੰਦਰ ਤੱਕ ਝੰਜੋੜ ਕੇ ਰੱਖ ਦਿੰਦੇ ਨੇ ਹਰ ਉਸ ਬੰਦੇ ਨੂੰ ਜਿਹੜਾ ਇਖਲਾਕੀ ਤੌਰ 'ਤੇ, ਇਨਸਾਨੀ ਤੌਰ 'ਤੇ ਸਮਾਜ ਦੇ ਵਿੱਚ ਵਿਚਰਦਾ। ਫਿਰ ਇੱਕ ਕਠੂਆ ਗੈਂਗ ਰੇਪ ਹੁੰਦਾ ਹੈ ਔਰ ਉਸ ਤੋਂ ਬਾਅਦ ਕੁਝ 3 ਸਾਲ ਪਹਿਲਾਂ ਪੰਜਾਬ ਦੀ ਧਰਤੀ 'ਤੇ ਲੁਧਿਆਣੇ ਦੇ ਨੇੜੇ ਈਸੇਵਾਲ ਗੈਂਗ ਰੇਪ ਦੀ ਘਟਨਾ ਵਾਪਰਦੀ ਹੈ। ਸੋ ਉਹਦੇ ਵਿੱਚ ਇੱਕ ਮੁੰਡਾ ਅਤੇ ਕੁੜੀ ਸ਼ਾਮ ਨੂੰ ਕਿਤੇ ਸ਼ਹਿਰ ਤੋਂ ਬਾਹਰ ਘੁੰਮਣ ਜਾਂਦੇ ਨੇ ਅਤੇ ਉਹਨਾਂ ਨੂੰ 5 ਨੌਜਵਾਨਾਂ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਅਤੇ ਹੋਰ ਸਾਥੀ ਬੁਲਾ ਕੇ ਗੈਂਗ ਰੇਪ ਕੀਤਾ ਜਾਂਦਾ ਹੈ। ਔਰ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਕਿੰਨੀ ਕੁ ਦਿੱਕਤ, ਕਿੰਨੀਆਂ ਕੁ ਪਰੇਸ਼ਾਨੀਆਂ ਆਈਆਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਾਬਕਾ IG ਸਰਦਾਰ ਰਣਬੀਰ ਸਿੰਘ ਖੱਟੜਾ। ਸਰਦਾਰ ਰਣਬੀਰ ਸਿੰਘ ਖੱਟੜਾ ਉਸ ਵੇਲੇ ਲੁਧਿਆਣਾ ਰੇਂਜ ਦੇ DIG ਸਨ। ਸੋ ਇਹਨਾਂ ਨੇ ਉਹ ਸਾਰਾ ਕੇਸ ਹੈ ਜਿਹੜਾ ਆਪਣੀ ਦੇਖ ਰੇਖ ਦੇ ਵਿੱਚ ਹੈਂਡਲ ਕੀਤਾ ਔਰ ਫਾਸਟ ਟਰੈਕ ਕੋਰਟ ਦੇ ਜ਼ਰੀਏ ਬਹੁਤ ਛੇਤੀ ਚਲਾਨ ਪੇਸ਼ ਕਰਕੇ ਆਇਡੈਂਟੀਫਾਈ ਕੀਤੇ। ਸੋ ਕਿਸ ਤਰ੍ਹਾਂ ਆਇਡੈਂਟੀਫਾਈ ਕੀਤੇ ਜਾਣਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੇਰਾ ਇਹੋ ਹੀ ਸਵਾਲ ਹੈ ਕਿ ਜਦੋਂ ਇਹ ਘਟਨਾ ਸਾਨੂੰ ਸਾਰਿਆਂ ਨੂੰ ਅਖਬਾਰਾਂ ਚੈਨਲਾਂ ਤੋਂ ਹੀ ਪਤਾ ਲੱਗੀ ਸੀ, ਸੋ ਤੁਹਾਨੂੰ ਇਹ ਘਟਨਾ 9 ਫਰਵਰੀ 2019 ਦੇ ਵਿੱਚ ਵਾਪਰੀ ਹੈ। ਸੋ ਤੁਹਾਨੂੰ ਇਹ ਘਟਨਾ ਦੇ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ? ਇੱਕ ਆਇਆ ਤਜਿੰਦਰ ਕਿ ਅਨਫੋਰਚੂਨੇਟ ਪਾਰਟ ਇਹ ਹੈ ਕਿ ਇਹ ਇਸ ਕਿਸਮ ਦੀਆਂ ਜਿਹੜੀਆਂ ਘਟਨਾ ਨੇ, ਦੇਖੋ ਅਸੀਂ ਨੌਕਰੀ, ਲੰਬਾ ਸਮਾਂ ਨੌਕਰੀ, ਮੈਂ ਲਗਭਗ 40 ਸਾਲ 8-9 ਸਾਲ ਆਰਮੀ 'ਚ ਅਤੇ 31-32 ਸਾਲ ਪੁਲਿਸ ਦੇ ਵਿੱਚ ਕੀਤੀ ਹੈ। ਬਟ ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਜਿਹੜਾ ਹੈ ਇਹ ਬਹੁਤ ਹੀ ਮਤਲਬ ਇਹ ਬਰੂਟਲੀ ਅਸੌਲਟਡ ਕੇਸਿਸ ਨੇ ਇਹ। ਐਂਡ ਜਿਹੜਾ ਮੇਨ ਇਹਨਾਂ ਕੇਸਿਸ ਦੇ ਵਿੱਚ ਤਵੱਕੋ ਜਿਹੜੀ ਆਉਣ ਲੱਗੀ ਹੈ ਉਹ ਮੈਂ ਸਮਝਦਾ 2012 'ਚ ਨਿਰਭਇਆ ਕੇਸ ਨੇ ਇਸ ਮੁਲਕ ਨੂੰ ਝੰਜੋੜਿਆ, ਜਿਹਦੇ ਬਾਅਦ ਸਾਡੀ ਪੁਲਿਸ ਐਡਮਿਨਿਸਟ੍ਰੇਸ਼ਨ, ਸਾਡੀ ਕ੍ਰਿਮੀਨਲ ਜਸਟਿਸ ਸਿਸਟਮ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਇਹਨਾਂ ਸਾਰਿਆਂ ਨੇ ਨਵੇਂ ਕੇਸਿਸ, ਪੌਕਸੋ, ਸਾਰਾ ਕੁਛ ਆਇਆ। ਉਹਨਾਂ ਦੇ ਦਾ ਹੀ ਨਤੀਜਾ ਹੈ ਕਿ ਇਹ ਜਿਹੜੇ ਪਹਿਲਾਂ ਕੇਸਿਸ ਅਨਰਿਪੋਰਟਡ ਜਾਂ ਅੰਡਰ ਰਿਪੋਰਟਡ ਰਹਿ ਜਾਂਦੇ ਸੀ, ਤਾਂ ਇਹਨਾਂ ਨੂੰ ਅਸੀਂ ਅੱਜ ਇਹਨਾਂ ਨੂੰ ਸੰਜੀਦਗੀ ਨਾਲ ਲੈਂਦੇ ਹਾਂ। ਸੋਸਾਇਟੀ ਵੀ ਸੰਜੀਦਗੀ ਨਾਲ ਲੈਂਦੀ ਹੈ, ਪੁਲਿਸ ਨੇ ਤਾਂ ਲੈਣਾ ਹੀ ਲੈਣਾ, ਅਤੇ ਜਸਟਿਸ ਸਿਸਟਮ ਵੀ ਇਹਨੂੰ ਸੰਜੀਦਗੀ ਨਾਲ ਲੈਂਦਾ। ਰਹੀ ਗੱਲ ਲੁਧਿਆਣਾ ਈਸੇਵਾਲ ਗੈਂਗ ਰੇਪ ਕੇਸ ਦੀ, ਇਹ ਕੇਸ ਮੈਂ DIG ਲੁਧਿਆਣਾ ਰੇਂਜ ਸੀ, ਆਫਿਸ ਦੇ ਵਿੱਚ ਬੈਠਾ ਸੀ ਮੈਂ ਜੀ। 10 ਜਾਂ 11 ਤਰੀਕ ਹੋਣੀ ਹੈ ਜੀ। ਤਾਂ ਮੈਂ ਆਪਣੀ ਨੋਰਮਲ ਡਾਕ ਕੱਢ ਰਿਹਾ ਸੀ। ਡਾਕ ਕੱਢਦੇ ਮੇਰੀ ਆਦਤ ਹੈ TV ਸਾਹਮਣੇ ਚੱਲਦਾ ਰਹਿੰਦਾ, ਕਰੰਟ ਕੀ ਹੋ ਰਿਹਾ ਜਾਂ ਕੋਈ ਮੈਨੂੰ ਪਤਾ ਲੱਗਦਾ ਰਹਿੰਦਾ। ਤਾਂ TV 'ਚ ਮੇਰੇ ਕੋਲ ਕੋਈ ਬੰਦਾ ਆਫਿਸਰ ਹੀ ਬੈਠਾ ਸੀ ਲੋਕਲ ਲੁਧਿਆਣੇ ਦਾ, ਉਹ ਚਾਹ ਪੀਂਦੇ ਤਾਂ ਉਹ ਮੈਂ ਜਦ ਡਾਕ ਕੱਢੀ, ਉਹ ਕਹਿੰਦਾ ਜੀ ਆ ਗਈ। ਮੈਂ ਉੱਤੇ ਦੇਖਿਆ TV 'ਤੇ, ਤਾਂ ਮੇਰੇ ਸਕਰੀਨ ਦੇ ਉੱਤੇ ਨਿਊਜ਼ ਚੱਲ ਰਹੀ ਸੀ ਕਿ ਸੁਧਾਰ ਸਿਵਲ ਹਸਪੀਟਲ 'ਚ ਇੱਕ ਬੱਚੀ ਹੈ ਜਿਹੜੀ 18-19 ਸਾਲ ਦੀ, ਉਹਨੂੰ ਰੇਪ ਕੀਤਾ, ਗੈਂਗ ਰੇਪ ਕਰਕੇ ਉਹ ਪੀੜਤ ਪਈ ਹੈ ਅਤੇ ਉਹਨੂੰ ਕੋਈ ਵੀ ਉਹਦਾ ਹਾਲੇ
ਕੋਈ ਕਿਸੇ ਨੇ ਕੁਛ ਲਿਆ ਨਹੀਂ ਹੈ ਤੇ ਪੀੜਤ ਰਿਹਾ ਤੇ ਉਹਦੀ ਹਾਲਤ ਬੜੀ ਉਹ ਆ। ਤਾਂ ਉਹ ਖਬਰ ਮੈਂ ਦੇਖੀ, ਖਬਰ ਮੈਂ ਸਮਝਿਆ ਵੀ ਮੈਨੂੰ ਰਿਪੋਰਟ ਨਹੀਂ ਹੋਇਆ ਜਾਂ ਕੋਈ ਹੁਣ ਫਰੈਸ਼ ਹੋਇਆ। ਤਾਂ ਮੈਂ ਉੱਥੋਂ ਹੀ ਇਹ ਫੋਨ SSP ਜਗਰਾਉਂ ਨੂੰ ਕਰਿਆ। ਮੈਂ ਕਿਹਾ ਭਾਈ ਵੀ ਆ ਖਬਰ ਤੇਰੇ ਇਲਾਕੇ 'ਚ ਕੁਛ ਹੋਇਆ? ਉਹ ਕਹਿੰਦਾ ਨਾ ਜੀ ਸਾਡੇ ਤਾਂ ਕੋਈ ਕੁਛ ਨਹੀਂ ਹੋਇਆ ਹੈ। ਮੈਂ ਕਿਹਾ ਫਿਰ TV ਦੇਖ, ਤੇ ਮੈਂ ਕਿਹਾ ਮੈਂ ਸੁਧਾਰ ਹਸਪੀਟਲ ਮੈਂ ਚੱਲਿਆ ਤੇ ਪਤਾ ਕਰੋ ਕੀ ਤਕਲੀਫ, ਕੀ ਪ੍ਰੋਬਲਮ ਹੈ, ਕਿੱਥੋਂ ਹੈ। ਤਾਂ ਮੈਂ ਉਵੇਂ ਗੱਡੀਆਂ ਲਵਾਈਆਂ ਤੇ ਮੈਂ ਰਸ਼ ਕਰਕੇ ਸੁਧਾਰ ਹਸਪੀਟਲ ਪਹੁੰਚਿਆ। ਹਸਪੀਟਲ ਜਾ ਕੇ ਲੇਡੀ SMO ਸੀ, ਉਹਨਾਂ ਨੂੰ ਮਿਲਿਆ, ਉਹਨਾਂ ਨਾਲ ਗੱਲ ਕਰੀ, ਉਹਨਾਂ ਦੇ ਬਾਰੇ ਵਿਕਟਮ ਬਾਰੇ ਪਤਾ ਕੀਤਾ। ਤਾਂ ਵਾਕਿਆ ਹੀ ਉਹਨਾਂ ਨੇ ਮੈਨੂੰ ਜੋ ਦੱਸਿਆ ਤਾਂ ਉਹ ਬੜਾ ਘਿਨਾਉਣਾ ਅਤੇ ਲੂ ਕੰਡੇ ਖੜ੍ਹੇ ਕਰਨ ਵਾਲਾ ਸੀ। ਵਿਕਟਮ ਨੂੰ ਨਹੀਂ ਮੈਂ ਮਿਲਿਆ ਕਿਉਂਕਿ ਵਿਕਟਮ ਦੀ ਹਾਲਤ, ਵਿਕਟਮ ਦਾ ਉਹ ਡਾਕਟਰ ਦੇ ਰਾਹੀਂ ਮੈਂ ਤਾਂ ਇੰਨੇ ਨੂੰ ਅੱਧੇ ਪੌਣੇ ਘੰਟੇ ਬਾਅਦ SSP ਵੀ ਪਹੁੰਚ ਗਿਆ ਉੱਥੇ। ਤਾਂ ਅਸੀਂ ਪਤਾ ਕਰਿਆ ਵੀ ਕੀ ਹੋਇਆ। ਠੀਕ ਹੈ। ਤਾਂ ਉਹ ਜਿਹੜੀ ਸਟੇਟਮੈਂਟ ਡਾਕਟਰ ਨੇ ਉਹਨਾਂ ਤੋਂ, ਡਾਕਟਰ ਦੇ ਸਾਹਮਣੇ ਹੋਈ ਲੜਕੀ ਦੀ, ਸਾਨੂੰ ਦਿੱਤੀ ਗਈ ਅਤੇ ਉਸ ਟਾਈਮ ਤੱਕ ਮੈਂ ਵੀ ਸਾਰੇ ਤੱਥ ਇਕੱਠੇ ਕੀਤੇ। ਤਾਂ ਇਹ ਬੜਾ ਅਨਫੋਰਚੂਨੇਟ ਸੀ ਕਿ ਉੱਥੇ ਉਸ ਟਾਈਮ ਤੱਕ ਲੋਕਲ ਪੁਲਿਸ ਜ਼ਿਆਦਾ ਇਹਨੂੰ ਬੜਾ ਹਲਕੇ 'ਚ ਲੈ ਰਹੀ ਸੀ। ਪਹਿਲੀ ਗੱਲ ਤਾਂ ਸੀਨੀਅਰ ਨੂੰ ਤਾਂ ਪਤਾ ਹੀ ਨਹੀਂ ਸੀ। ਲੋਕਲ SHO ਛੁੱਟੀ ਗਿਆ ਹੋਇਆ ਸੀ ਅਤੇ ਜਿਹੜਾ ਡਿਊਟੀ ਆਫਿਸਰ ਸੀ, ਇੰਨਾ ਕੁ ਜ਼ਰੂਰ ਸੀ ਵੀ ਇੱਕ ਬੰਦਾ ਇਹਨਾਂ ਦੇ ਨਾਲ ਜਦ ਇਹ ਰਿਪੋਰਟ ਹੋਇਆ ਸੀ ਉਸ ਰਾਤ ਨੂੰ, ਤਾਂ ਡਿਊਟੀ ਅਫਸਰ ਇਹਨਾਂ ਦੇ ਨਾਲ ਗਿਆ, ਜਿਹੜੇ ਜਿਨ੍ਹਾਂ ਨੇ ਇਹ ਕੇਸ ਨੂੰ ਰਿਪੋਰਟ ਕੀਤਾ ਸੀ ਰਾਤ ਨੂੰ। ਇਹ ਗਏ, ਘੁੰਮਦੇ ਫਿਰਦੇ ਰਹੇ ਅਤੇ ਉਸ ਤੋਂ ਬਾਅਦ ਡਿਊਟੀ ਅਫਸਰ ਨੇ ਵੀ ਆ ਕੇ ਸੰਜੀਦਗੀ ਨਾਲ ਦਿਨੇ ਰਾਤ ਨੂੰ ਜਦ ਇਹਨਾਂ ਨੂੰ ਕੁਛ ਲੱਭਿਆ ਨਹੀਂ, ਮੁੜ ਗਏ, ਫੋਲੋਅਪ ਨਹੀਂ ਲਿਆ। ਤਾਂ ਜਾਂ ਤਾਂ ਆਪਣੇ ਆ ਕੇ ਆਪਣੇ SHO ਨੂੰ ਦੱਸਦਾ ਜਾਂ ਉੱਤੇ ਅਫਸਰਾਂ ਨੂੰ ਦੱਸਦੇ, ਉਹ ਨਹੀਂ ਕੀਤਾ ਸੀ ਕਿਉਂਕਿ ਇਹਨੂੰ ਹਲਕੇ 'ਚ ਲਿਆ ਵੀ ਪਤਾ ਨਹੀਂ ਇਹ ਕੋਈ ਲੋਕਲ ਲਾਈਫ ਆਪਸ ਦੇ ਵਿੱਚ ਬੱਚਿਆਂ ਦਾ ਜਾਂ ਕੋਈ ਇਹੋ ਜਿਹਾ ਕੇਸ ਹੋ ਸਕਦਾ। ਇਹ ਉਹਨਾਂ ਦਾ ਵਰਸ਼ਨ ਸੀ। ਪਰ ਜਦ ਅਸੀਂ ਇਹਨੂੰ ਸੀਰੀਅਸਲੀ ਲਿਆ, ਲੈ ਕੇ ਉਹਨਾਂ ਦਾ ਬਿਆਨ ਲਿਆ, ਬਿਆਨ ਲੈ ਕੇ ਅਸੀਂ FIR ਨੰਬਰ 17/19 ਪੁਲਿਸ ਸਟੇਸ਼ਨ ਦਾਖਾ 'ਚ ਦਰਜ ਕਰਾਈ ਅੰਡਰ ਆਲ ਦੀਜ਼ ਸੈਕਸ਼ਨਸ। ਠੀਕ ਹੈ, 376 ਜੇ ਉਹ ਸਾਰੇ ਕੰਮ ਜੀ। ਅਤੇ ਉਹਨਾਂ ਦੇ ਬਿਆਨਾਂ ਤੋਂ ਮੈਂ ਉਹਨਾਂ ਨੂੰ ਜਿਹੜਾ ਇਸ ਲੜਕੀ ਦਾ ਫਰੈਂਡ ਸੀ ਮੁੰਡਾ, ਉਹਨੂੰ ਨਾਲ ਲਿਆ, ਹੋਰ ਇੱਕ ਦੋ ਲਏ, ਮੌਕੇ 'ਤੇ ਗਏ। ਜਿਹੜਾ ਨਹਿਰ ਦੇ ਨਾਲ ਜਿੱਥੇ ਇਹ ਜਿਹੜੀ ਸਿੱਧਵਾਂ ਬੇਟ ਕਨਾਲ ਹੈ ਖਤਮ ਹੁੰਦੀ, ਉਹਦੇ ਨਾਲ ਖੱਬੇ ਪਾਸੇ ਇਹ ਜਗ੍ਹਾ ਸੀ, ਈਅਰ ਮਾਰਕ ਕਰੀ। ਉੱਥੋਂ ਸਾਨੂੰ ਕੁਛ ਚੀਜ਼ਾਂ ਛੋਟੇ ਮੋਟੀਆਂ ਸਬੂਤ ਮਿਲੇ, ਕੁਛ ਡਿੱਗੀਆਂ ਹੋਈਆਂ, ਕੁਛ ਟੁੱਟ ਭੰਨ, ਕੋਈ ਸਮਥਿੰਗ ਛੋਟੀਆਂ ਜਿਹੇ ਪਾਣੀ ਪੂਣੀ ਦੇ ਸੀ। ਤਾਂ ਟਾਇਰ ਮਾਰਕਸ ਸੀ ਗੱਡੀਆਂ ਦੇ, ਮੋਟਰਸਾਈਕਲਾਂ ਦੇ। ਤਾਂ ਉਹ ਪੁਆਇੰਟ ਫਿਕਸ ਕੀਤਾ ਜਿਹੜਾ ਕਿ ਨਹੀਂ ਹੋਇਆ। ਉਸ ਟਾਈਮ ਮੈਂ ਸਿਟ ਦਾ ਇੰਚਾਰਜ ਸੀ, ਸਾਡੀ ਜਿਹੜੀ ਆ ਬੇਅਦਬੀ ਕੇਸਿਸ ਅਤੇ ਦੂਜੇ ਕੇਸਿਸ ਵਾਲੀ ਸੀ, ਟਾਰਗੇਟ ਕਿਲਿੰਗ ਵਾਲੀ ਜੀ। ਉਹਦੇ ਮੈਂਬਰਸ ਮੇਰੇ ਕੋਲ ਸੀ, ਟੈਕਨੀਕਲ ਟੀਮ ਸੀ, ਉਹਨਾਂ ਨੂੰ ਬੁਲਾਇਆ, ਦਲਬੀਰ ਸਿੰਘ, ਹਰਪ੍ਰੀਤ, ਸੁਲੱਖਣ ਸਿੰਘ DSP। ਤਾਂ ਉਹਦੀ ਹੈਲਪ ਲੈ ਕੇ ਅਸੀਂ ਸੀਨ ਆਫ ਕ੍ਰਾਈਮ ਫਿਕਸ ਕੀਤਾ। ਸੀਨ ਆਫ ਕ੍ਰਾਈਮ ਤੋਂ ਫਿਰ ਅਸੀਂ ਕੁਛ ਟੈਕਨੀਕਲ ਡੰਪਸ ਵੀ ਲਏ। ਔਰ ਇਸ ਬੱਚੀ ਦਾ ਜਦ ਤੱਕ ਈਵਨਿੰਗ ਤੱਕ ਡਾਕਟਰ ਕਹਿੰਦੇ ਵੀ ਬੱਚੀ ਦਲੇਰ ਹੈ। ਔਰ ਮੈਂ ਇਸ ਪੱਖੋਂ ਇਸ ਸਾਰੇ ਕੇਸ ਦੇ ਵਿੱਚ ਜੇ ਮੈਂ ਸਮਝਦਾ ਵੀ ਇਹਦੇ 'ਚ ਜੋ ਇਹ ਕੇਸ ਸਿਰੇ ਲੱਗਿਆ, ਰਾਈਟ ਫਰੋਮ day 1 ਮੈਂ ਇਸ ਗੱਲ ਦਾ ਮਤਲਬ ਇਸ ਬੱਚੀ ਨੂੰ ਮੈਂ ਸਲਾਮ ਕਰਦਾ ਕਿ ਇੰਨੀ ਦਲੇਰੀ ਅਤੇ ਇੰਨੀ ਦ੍ਰਿੜਤਾ ਨਾਲ ਇਹਨੇ ਇਹ ਕੇਸ ਦੇ ਵਿੱਚ ਇਹਨੇ ਆਪਣੀ ਸੰਜੀਦਗੀ ਦਿਖਾਈ ਹੈ, ਤਾਂ ਇਹ ਇਸ ਅੰਜਾਮ 'ਤੇ ਪਹੁੰਚਿਆ। ਅਦਰਵਾਈਜ਼ ਇਹ ਆਮ ਬੱਚਾ ਜਿਹੜਾ ਹੈ, ਆਮ ਜਿਹੜਾ ਵਿਕਟਮ ਹੈ, ਉਹ ਬਹੁਤ ਛੇਤੀ ਗਿਵ ਅਪ ਕਰ ਜਾਂਦਾ ਜੀ। ਤਾਂ ਵਿਦਿਨ ਸ਼ਾਮ ਤੱਕ ਅਸੀਂ ਇੱਕ ਬੜਾ ਸੀ, ਮੈਂ ਜਿੱਥੇ ਜਿੱਥੇ ਪਹਿਲਾਂ ਵੀ ਕੇਸਿਸ ਦੇ ਵਿੱਚ ਸਾਨੂੰ ਸਕਸੈਸ ਮਿਲੀ ਹੈ,
ਕਿਉਂਕਿ ਉਸ ਟਾਈਮ ਤਾਂ ਕੁਝ ਪਤਾ ਹੀ ਨਹੀਂ ਸੀ ਕੌਣ ਕਿੱਥੇ ਆ। ਤੋਂ ਅਸੀਂ ਸਕੈਚ ਤਿਆਰ ਕਰਨ ਵਾਲਾ ਅੰਮ੍ਰਿਤਸਰ ਤੋਂ ਮੁੰਡਾ ਬੁਲਾਇਆ, ਜਿਹਨੇ ਪਹਿਲਾਂ ਵੀ ਜਦ ਵਾਈਸ ਚਾਂਸਲਰ ਆਹਲੂਵਾਲੀਆ 'ਤੇ ਫਾਇਰਿੰਗ ਹੋਈ ਸੀ, ਜਦ ਵੀ ਸਕੈਚ ਫਤਿਹਗੜ੍ਹ ਬਣਾ ਸਾਹਿਬ। ਫਤਿਹਗੜ੍ਹ ਸਕੈਚ ਉਦੋਂ ਤੁਸੀਂ ਫਤਿਹਗੜ੍ਹ ਸਾਹਿਬ ਐਸਐਸਪੀ ਸੀ। ਹਾਂਜੀ ਜੀ। ਉਸ ਟਾਈਮ ਵੀ ਸਕੈਚ ਬਣਾਇਆ ਸੀ ਅਤੇ ਉਹ ਸਕੈਚ 100% 95% ਮਿਲਦਾ ਸੀ, ਅਤੇ ਜਿਹੜਾ ਬੰਦਾ ਸੀ ਉਹ ਅਖਬਾਰ 'ਤੇ ਸਕੈਚ ਦੇ ਕੇ ਆਪਣੇ ਘਰੇ ਪੈ ਗਿਆ ਸੀ ਵੀ ਮੈਨੂੰ ਹੁਣ ਹੋਰ ਆ ਗਈ 5-7-10 ਘੰਟੇ ਨੂੰ ਪੁਲਿਸ ਆ ਜਾਣੀ ਆ। ਸਿਮਿਲਰਲੀ ਬੇਅਦਬੀ ਕੇਸਿਸ 'ਚ ਵੀ ਸਕੈਚ ਬਣਿਆ ਅਤੇ ਉਹ ਵੀ ਸਕੈਚ ਕਾਫੀ 80-90-95% ਮਿਲਿਆ। ਤੋ ਇਸ ਕੇਸ 'ਚ ਵੀ ਅਸੀਂ ਉਹਨਾਂ ਨੂੰ ਸਰਵਿਸਿਜ਼ ਉਹਦੀਆਂ ਰਿਕੁਐਸ਼ਨ ਕੀਤੀਆਂ। ਅੰਮ੍ਰਿਤਸਰ ਤੋਂ ਹੈ, ਵੈਰੀ ਬੜਾ ਮਿਹਨਤੀ ਮੁੰਡਾ, ਪਰ ਇਹ ਬੇਟੀ ਨੂੰ ਅਸੀਂ ਫਰੀ ਮਾਈਂਡ ਇਨਵਾਇਰਮੈਂਟ ਦੇਣ ਦੇ ਲਈ, ਕਿਉਂਕਿ ਘਰੋਂ ਵਿਚਾਰੀ ਗਰੀਬ ਸੀ, ਅਸੀਂ ਇੱਕ ਹਸਪੀਟਲ 'ਚ ਇੱਕ ਹੋਟਲ 'ਚ ਰੂਮ ਦਵਾਏ, ਉੱਥੇ ਇਹਨੂੰ ਰੱਖਿਆ। ਫਰੀ ਮਾਈਂਡ ਦੇਣ ਦੇ ਲਈ ਜਿਹੜਾ ਇਹ ਸਕੈਚ ਵਾਲਾ ਸੀ ਉਹਨਾਂ ਨੂੰ ਉੱਥੇ ਰੋਕਿਆ। ਅਤੇ DSP ਹਰਕਮਲ ਕੌਰ ਜਿਹੜੇ ਇੱਥੇ ਨੇ SSP ਹੈਡਕੁਆਟਰ, ਇਹ DSP ਸੀ ਮੇਰੇ ਕੋਲ ਉੱਥੇ, ਅਸੀਂ ਲੇਡੀ ਉਹਨਾਂ ਨੂੰ ਕਾਉਂਸਲਿੰਗ ਅਤੇ ਦਲੇਰੀ ਵਾਸਤੇ ਅਤੇ ਉਹਨਾਂ ਦੀ ਉਹਦੇ ਲਈ ਇਹਨਾਂ ਨੂੰ ਅਟੈਚ ਕੀਤਾ। ਤੋ ਇਸ ਬੇਟੀ ਨੇ, ਇਸ ਲੜਕੀ ਨੇ, ਇਸ ਵਿਕਟਮ ਨੇ ਇੰਨੀ ਬਰੀਕੀ ਨਾਲ ਕੱਲੀਆਂ ਡਿਟੇਲਸ ਦਿੱਤੀਆਂ ਕਿ ਪਹਿਲਾਂ ਜਿਹੜਾ ਰੌਲਾ ਪੈਂਦਾ ਸੀ ਜੀ 10 ਬੰਦੇ, ਉਹ ਇਹਨੇ ਕਲੀਅਰ ਕਰਤੇ ਵੀ ਬੰਦੇ 6 ਸੀ, ਅਤੇ 6 ਦੇ ਸਕੈਚ ਇਹੋ ਜਿਹੇ ਵਧੀਆ ਸਕੈਚ ਬਣਵਾਏ ਜਿਹੜੇ ਕਿ ਅਖਬਾਰਾਂ 'ਚ ਅਸੀਂ TV 'ਤੇ ਚਲਵਾਏ, ਕਿ ਅੱਜ ਵੀ ਜਦ ਅਸੀਂ ਕੱਢ ਕੇ ਦੇਖਦੇ ਹਾਂ ਤਾਂ ਉਹ 90-95% ਹੂਬਹੂ ਮਿਲਦੇ ਆ। ਅਤੇ ਇੱਕ ਉਸ ਟਾਈਮ ਇਹ ਬੱਚੀ ਨੇ ਦੱਸਿਆ ਸੀ, ਚਾਹੇ ਰਾਤ ਸੀ, ਰਾਤ ਦੇ 10-11-12 ਵਜੇ ਤੱਕ, ਇਹ ਮਤਲਬ 9-10 ਵਜੇ ਤੋਂ ਲੈ ਕੇ 11-12 ਵਜੇ ਤੱਕ ਇਹ ਬੱਚੀ ਨੂੰ ਬਰੂਟਲਾਈਜ਼ ਉਹਨਾਂ ਨੇ, ਅਸੌਲਟ ਬਰੂਟਲਾਈਜ਼ ਸਾਰਾ ਕੁਛ ਇਹਦੇ ਨਾਲ ਵਿਚਾਰੀ ਨਾਲ ਕਰਿਆ, ਘਿਨਾਉਣੀਆਂ ਤਾਂ ਪਰ ਉਹਨੇ ਜਦ ਵੀ ਤਾਂ ਕਹਿੰਦੇ ਇੱਕ ਤਾਂ ਜਿਵੇਂ ਬੱਚੂ ਜਿਹਾ ਹੀ ਸੀ, ਜਿਹੜਾ ਲਿਆਕਤ ਅਲੀ ਹੈ, ਇਹ ਮਸਾਂ ਹੀ ਜਿਹੜਾ 6ਵਾਂ ਅਜੇ ਵੀ ਉਹ ਮਾਈਨਰ ਹੈ, ਉਸ ਟਾਈਮ ਮਾਈਨਰ ਸੀ, ਹੁਣ ਤਾਂ ਸ਼ਾਇਦ ਕਿਉਂਕਿ 3 ਸਾਲ 'ਚ 5 ਦੋਸ਼ੀ ਨੇ ਜਗਰੂਪ ਸਿੰਘ ਦੋਸ਼ੀ, 6ਵੇਂ ਨੂੰ ਮੇਰੇ ਖਿਆਲ ਹੈ 20 ਸਾਲ ਦੀ ਸਜ਼ਾ ਤਜਿੰਦਰ ਜੀ ਸੁਣਾਈ ਹੈ। ਜਦ ਕ੍ਰਾਈਮ ਕਮਿਟ ਹੋਇਆ ਉਸ ਟਾਈਮ ਤੋਂ 16-17 ਸਾਲ ਦਾ ਹੋਊਗਾ, ਅੱਜ ਤਾਂ 19 ਦਾ ਹੋ ਗਿਆ, ਮਤਲਬ ਜਦ ਉਹ ਉਸੇ ਟਾਈਮ ਦਾ ਹੀ ਮੰਨਿਆ ਜਾਂਦਾ, ਇਸੇ ਕਰਕੇ ਉਹਨਾਂ ਨੇ ਸਜ਼ਾ ਮਤਲਬ ਉਹਦੇ 'ਚ ਘੱਟ ਸੁਣਾਈ ਹੈ। ਰਹਿਮਦਿਲੀ ਨਾਲ ਹੁੰਦਾ ਥੋੜ੍ਹਾ ਬਹੁਤ ਜੀ, ਮਾਈਨਰ ਨੂੰ ਉਹਨੂੰ ਮਾਈਨਰ ਲਿਆ ਗਿਆ ਜੀ। ਤੋ ਇਸ ਬੱਚੀ ਦੇ ਜਿਹੜਾ ਉਸ ਤੋਂ ਬਾਅਦ ਇਹਨੇ ਇਸ ਬੱਚੀ ਨੇ ਅਰੈਸਟ ਆਇਡੈਂਟੀਫਿਕੇਸ਼ਨ ਪਰੇਡ 'ਚ ਬਹੁਤ ਦਲੇਰੀ ਨਾਲ ਇਹਨੇ ਉਹਨਾਂ ਨੂੰ ਜ਼ਿਆਦਾ ਫੜੇ ਗਏ ਨੇ। ਕੁਛ ਦਿਨਾਂ ਬਾਅਦ ਜੀ 2-3 ਦਿਨਾਂ ਬਾਅਦ ਫੜੇ ਗਏ ਸੀ। ਜਦ ਅਸੀਂ ਫੜ ਲਏ ਫਿਰ ਇਹਨਾਂ ਦੀ ਮੈਜਿਸਟਰੇਟ ਦੇ ਸਾਹਮਣੇ ਜੇਲ੍ਹ 'ਚ ਟੈਸਟ ਆਇਡੈਂਟੀਫਿਕੇਸ਼ਨ ਪਰੇਡ ਹੋਈ, ਉਹਦੇ 'ਚ ਵੀ ਇਹਨੇ ਬੜੀ ਦਲੇਰੀ ਨਾਲ ਇਹਨਾਂ ਨੂੰ ਪਛਾਣਿਆ। ਔਰ ਉਸ ਤੋਂ ਬਾਅਦ ਵੀ ਥਰੂ ਆਊਟ ਬਹੁਤ ਪ੍ਰੋਪਰ ਇਹਨਾਂ ਦੀ, ਦੇਖੋ ਇੱਕ ਮੈਂ ਤੁਹਾਨੂੰ ਦੱਸਦਾ ਕਿ ਇਹ 12 ਦੇ ਨਿਰਭੈ ਕੇਸ ਤੋਂ ਬਾਅਦ ਦੀਆਂ ਇਨਗਰੀਡੀਐਂਟਸ ਨੇ ਕਿ ਅਸੀਂ ਵੀ ਸੈਂਸਿਟਾਈਜ਼, ਅਸੀਂ ਲੇਡੀ DSP ਪਿੱਛੇ ਜਿਹੜੀਆਂ ਕੁੜੀਆਂ ਭਰਤੀ ਹੋਈਆਂ ਨੇ ਉਹਨਾਂ 'ਚੋਂ ਹਰਕਮਲ ਨੂੰ ਚੁਣ ਕੇ ਲਾਇਆ, ਜਿਹਨੇ ਬਹੁਤ ਵਧੀਆ ਇਸ ਕੋ ਅੱਜ ਤੱਕ ਇਹਨੂੰ ਪੈਰਵਾਈ ਹੋਈ। ਪਹਿਲਾਂ ਤਫਤੀਸ਼ ਤਾਂ ਅਸੀਂ ਕਰਤੀ, ਅਸੀਂ ਬੰਦੇ ਫੜ ਲਏ, ਕਰ ਲਿਆ, ਪੈਰਵਾਈ ਬੜੀ ਜ਼ਰੂਰੀ ਸੀ ਕਿਉਂਕਿ ਇਹੋ ਜਿਹੇ ਕੇਸਾਂ ਦੇ ਵਿੱਚ ਵਿਨ ਓਵਰ ਹੋ ਜਾਂਦਾ। ਇਹਨਾਂ 'ਤੇ ਵੀ ਬੜਾ ਕੁੜੀ 'ਤੇ ਪ੍ਰੈਸ਼ਰ, ਇਹਦੇ ਜਿਹੜੇ ਗਵਾਹ ਸੀ ਸਾਡੇ ਉਹਨਾਂ 'ਤੇ ਬੜਾ ਪ੍ਰੈਸ਼ਰ ਸੀ, 1-2 ਮੁੱਕਰ ਵੀ ਗਏ ਹੋਣੇ ਆ, ਪਰ ਓਵਰਆਲ ਮਤਲਬ ਪ੍ਰੈਸ਼ਰ ਸਾਰਾ ਚੱਲ ਕੇ ਪੈਰਵਾਈ ਬੜੀ ਕਰ। ਫਿਰ ਸਟੇਟ ਦੇ ਵਿੱਚ ਨੋਡਲ ਆਫਿਸਰ ਲੇਡੀ ਅਫਸਰ ਲਾਏ ਹੋਏ ਨੇ ਇਸ ਕਿਸਮ ਦੇ ਘਿਨਾਉਣੇ ਉਹਨਾਂ ਦੇ ਲਈ। ਉਹ ਮੈਡਮ ਅੱਜ ਕੱਲ੍ਹ ADGP ਨੇ, ਉਸ ਟਾਈਮ ਨੀਰਜਾ ਵੋਰੂ ਸੀ, ਉਹਨਾਂ ਨੇ ਵੀ ਬੜਾ ਮਤਲਬ ਇਸ ਕੇਸ ਦੇ ਵਿੱਚ ਇੰਟਰਸਟ ਲਿਆ ਅਤੇ ਸਾਰੀ ਗਾਈਡੈਂਸ ਕਰੀ ਹਰਕਮਲ ਰਾਹੀਂ, ਸਾਡੇ ਰਾਹੀਂ, ਠੀਕ ਹੈ ਜੀ। ਉਸ ਤੋਂ ਬਾਅਦ ਸਟੇਟ ਕਮਿਸ਼ਨ ਫਾਰ ਵੂਮਨ, ਨੈਸ਼ਨਲ ਕਮਿਸ਼ਨ ਫਾਰ ਵੂਮਨ, ਉਹਨਾਂ ਨੇ ਵੀ ਪੂਰਾ ਇਹਦੇ 'ਚ ਦਿਖਾਈ ਆਪਣੀ ਕਿ ਨਵਾਂ, ਉਹਨਾਂ ਨੇ ਜੋ ਵੀ ਇੰਟਰਸਟ ਸਿੰਪੈਥੀ, ਉਹਨਾਂ ਨੇ ਇੰਟਰਸਟ ਲਿਆ ਅਤੇ ਸਾਨੂੰ ਗੋ ਡਾਊਨ ਕਰਕੇ ਰੱਖਿਆ ਵੀ ਅੱਗੇ ਨੂੰ। ਤੋ ਇਹ ਸਾਰੀਆਂ ਚੀਜ਼ਾਂ ਦਾ ਐਂਡ ਰਿਜ਼ਲਟ, ਠੀਕ ਹੈ, ਲੱਭਣ ਵਾਲੇ ਮੌਕੇ 'ਤੇ ਉੱਤੇ ਪ੍ਰੈਸ਼ਰ ਹੁੰਦਾ। ਅਸੈਂਬਲੀ ਸੈਸ਼ਨ ਸੀ, ਚੱਲ ਰਿਹਾ ਸੀ ਜੀ, ਜਦ ਇਫ ਯੂ ਰੀਕਲੈਕਟ 2019 ਦਾ ਅਸੈਂਬਲੀ ਸੈਸ਼ਨ ਹੈ ਜਿਹੜਾ 8, 9, 10, 11, 12 ਤਰੀਕਾਂ ਦੇ ਵਿੱਚ ਚੱਲ ਰਿਹਾ ਸੀ ਜੀ। ਅਤੇ ਉਹ
ਉਹ ਵੀ ਇੱਕ ਮਤਲਬ ਲੋਕਾਂ ਨੂੰ ਜਵਾਬਦੇਹੀ ਹੁੰਦੀ ਹੈ, ਸਰਕਾਰ ਦੀ ਵੀ ਹੁੰਦੀ ਹੈ, ਪੁਲਿਸ ਦੀ ਸਾਡੀ ਸਰਕਾਰ ਨੂੰ, ਸਰਕਾਰ ਦੀ ਲੋਕਾਂ ਨੂੰ ਹੁੰਦੀ ਹੈ। ਫਿਰ ਉਹਦੇ ਇਸ ਤਰੀਕੇ ਨਾਲ ਇਹ ਮਤਲਬ ਲੱਗਿਆ। ਅਤੇ ਜਿਹੜਾ ਮੌਕੇ 'ਤੇ ਤੁਸੀਂ ਪੁੱਛਦੇ ਸੀ ਵੀ ਫੜੇ ਜਾਣ ਦਾ, ਜਦੋਂ ਇਨੀਸ਼ੀਅਲੀ ਤਾਂ ਮਤਲਬ ਉੱਥੋਂ ਜਦ ਸੀਨ ਆਫ ਕ੍ਰਾਈਮ ਰੀਕਨਸਟਰਕਟ ਹੋ ਗਿਆ, ਪਤਾ ਲੱਗ ਗਿਆ, ਉਸ ਤੋਂ ਬਾਅਦ ਜਿਹੜਾ ਟੈਕਨੀਕਲ ਇਨਪੁਟਸ ਆਈਆਂ, ਉਸ ਤੋਂ ਬਾਅਦ ਜਿਹੜਾ ਇਹ ਵੀ ਇਹ ਕਿਹੜੇ ਮੁੰਡੇ ਕਿਹੜੇ ਇੱਧਰ ਨੂੰ ਘੁੰਮਦੇ ਨੇ, ਕੁਛ ਨੰਬਰਸ ਦੀ ਮੂਵਮੈਂਟ ਸੀ, ਤਾਂ ਅਸੀਂ ਇੱਕ ਲੋਕਲ ਬੱਚਾ ਜਿਹੜਾ ਹੈ ਜਸਪਾਲ ਬਾਂਗਰ ਦਾ ਜੀ, ਇੱਕ ਸਾਨੂੰ ਪਤਾ ਲੱਗਿਆ ਵੀ ਇਹਨਾਂ ਨਾਲ ਕੋਈ ਗੁੱਜਰਾਂ ਦੇ ਮੁੰਡੇ ਬੈਠੇ ਰਹਿੰਦੇ ਨੇ ਇੱਥੇ ਜੀ। ਉਹਨਾਂ ਨੰਬਰਸ ਦੇ ਵਿੱਚੋਂ ਇੱਕ ਮੂਵਮੈਂਟ ਜਿਹੜੀ ਇੱਧਰ ਨੂੰ ਵੀ ਹੋਈ ਸੀ, ਅਤੇ ਉਸ ਤੋਂ ਬਾਅਦ ਨਵਾਂ ਸ਼ਹਿਰ ਏਰੀਆ ਮੁਕੰਦਪੁਰ ਹੋਈ ਸੀ। ਤਾਂ ਉਹ ਸਾਦਿਕ, ਉਹਨੂੰ ਸਭ ਤੋਂ ਪਹਿਲਾਂ ਅਸੀਂ ਸਾਦਿਕ ਨੂੰ ਚੱਕਿਆ, ਅਤੇ ਜਸਪਾਲ ਬਾਂਗਰ ਵਾਲਾ ਜਿਹੜਾ ਲੋਕਲ ਮੁੰਡਾ ਸੀ, ਜਗਰੂਪ ਇਹ ਆਲੇ ਦੁਆਲੇ ਹੋ ਗਿਆ ਸੀ। ਇਹ ਜਦੋਂ ਫੜਿਆ ਗਿਆ, ਇਹਨੂੰ ਪਤਾ ਲੱਗ ਗਿਆ ਇਹਦੇ ਆਲੇ ਦੁਆਲੇ ਘਰ ਦੇ ਕਰਿਆ ਲੋਕਲ ਪੁਲਿਸ ਨੇ ਕਰਕੇ, ਤਾਂ ਇਹ ਵੀ ਗਿਵ ਅਪ ਕਰ ਗਿਆ, ਉਹਦੇ ਲੋਕਲ ਪੇਸ਼ ਹੋ ਗਿਆ, ਇਹ ਵੀ ਅਰੈਸਟ ਹੋ ਗਿਆ। ਅਤੇ ਜਿਹੜੇ ਨਾਲ 4 ਮੁੰਡੇ ਸੀ ਗੁੱਜਰਾਂ ਦੇ, ਉਹ ਕਠੂਏ JNK ਦੇ ਸੀ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਮੁਸਲਿਮ ਗੁੱਜਰਾਂ ਦੇ ਡੇਰੇ ਨੇ ਕਾਫੀ ਡੋਟ ਕਰਦੇ ਨੇ, ਆਪਣੇ ਘੱਟ ਨੇ, ਪਰਲੇ ਪਾਸੇ ਬਾਰਡਰ ਬੈਲਟ ਖਾਸ ਤੌਰ ਲੁਧਿਆਣੇ ਤੱਕ ਕਾਫੀ ਜ਼ਿਆਦਾ ਨੇ। ਤਾਂ ਇਹਨਾਂ ਦੀ ਪਹਿਲੀ ਗੱਲ ਤਾਂ ਇਹ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਚਾਹੁੰਦੇ ਨੇ। ਨੰਬਰ 1 ਤਾਂ ਇਹ ਸੀ ਕਿ ਰਿਸ਼ਤੇਦਾਰੀਆਂ ਨੇ ਇਹਨਾਂ ਦੀਆਂ ਆਪਸ ਦੇ ਵਿੱਚ। 1 ਨੰਬਰ 2 ਇਹ 5-6 ਜਣੇ ਇਕੱਠੇ ਹੋ ਕੇ ਪਿਛਲੇ 8-9 ਮਹੀਨੇ ਤੋਂ ਹਰ ਮਹੀਨੇ ਆ ਕੇ 1-2 ਇਹੀਆਂ ਜਾਂ ਵਾਰਦਾਤਾਂ ਕਰਕੇ ਇਸੇ ਸਟ੍ਰੈਚ ਦੇ ਉੱਤੇ, ਜਿਹੜੀਆਂ ਕਿ ਅਨਰਿਪੋਰਟਡ ਸੀ, ਕਿਉਂਕਿ ਅਗਲੇ ਜੇ ਹੁਣ ਕਿਸੇ ਨਾਲ ਹੋ ਗਿਆ ਕੋਈ ਚੰਗੇ ਕਰਦਾ, ਮੈਂ ਤੁਹਾਨੂੰ ਦੱਸਿਆ ਵੀ ਸਲਾਮ ਤਾਂ ਕੁੜੀ ਨੂੰ ਮੈਂ ਜਿਹਨੇ ਇਹ ਉਜਾਗਰ ਕਰਦਾ, ਅਦਰਵਾਈਜ਼ ਇਹ ਕੰਮ ਇਸ ਸਟ੍ਰੈਚ ਦੇ ਉੱਤੇ, ਕਿਉਂਕਿ ਇਹ ਕਮਿਸ਼ਨ ਰੇਟ ਦਾ ਅਤੇ ਇਹਦੀ ਹੱਦ ਸੀ ਲੋਕਲ ਜਗਰਾਉਂ ਪੁਲਿਸ ਦੀ, ਠੀਕ ਹੈ ਜੀ। ਇਹ ਨਹਿਰ ਹੈ ਜਿਹੜੀ ਕਮਿਸ਼ਨਰੇਟ 'ਚ ਹੈ, ਐਂਡ ਜਿੱਥੇ ਸਵਾਲ ਸ਼ੁਰੂ ਹੁੰਦਾ ਉਹ ਮਾਈਕਰੋ ਹਾਈਡਲ ਪ੍ਰੋਜੈਕਟ ਹੈ, ਤਾਂ ਛੋਟਾ ਜਿਹਾ ਲੱਗਿਆ ਹੋਇਆ, ਉੱਥੋਂ ਇਹ ਉਹਦੇ ਤੋਂ ਨਾਲ ਇਹ ਦੂਜਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਰੂਰਲ। ਤਾਂ ਇੱਥੇ 8-9 ਪਹਿਲਾਂ ਇਹ ਕੇਸਿਸ ਰਾਈਟ ਥਰੂ ਮਤਲਬ 2018 'ਚ 8-9 ਵਾਰਦਾਤਾਂ ਨੂੰ ਇਹੋ ਹੀ ਟੀਮ ਅੰਜਾਮ ਦੇ ਚੁੱਕੀ ਸੀ। ਅਤੇ ਇੱਕੋ ਹੀ ਗੱਲ ਸੀ ਕਿ ਦੇਵਰ ਪਹਿਲੀਆਂ 'ਚ ਇਹ ਸਿਰਫ ਸੈਕਸੁਅਲੀ ਅਸੌਲਟ ਕਰਨਾ, ਅਤੇ ਜਿਹੜਾ ਕੁਝ ਮਾੜਾ ਮੋਟਾ ਹੋਇਆ ਲੁੱਟ ਲੱਟ ਲੈਣਾ ਅਤੇ ਤੋੜ ਦੇਣਾ। ਬਟ ਇਸ ਕੇਸ ਦੇ ਵਿੱਚ ਇਹਨਾਂ ਨੇ ਨੀਤ ਬਦਲ ਗਈ, ਤਾਂ ਇਹਨਾਂ ਨੇ ਨਾਲ ਜਿਹੜਾ ਟੈਲੀਫੋਨ ਰੈਂਸਮ ਮੰਗਣ ਲੱਗ ਗਏ ਵੀ ਆਹ ਤੁਹਾਡਾ ਮੁੰਡਾ ਅਤੇ ਆਹ ਕੁੜੀ ਇੱਥੇ ਅਸੀਂ ਸਾਡੇ ਕੋਲ ਨੇ, ਉਹ ਮੁੰਡੇ ਦੇ ਫਰੈਂਡ ਨੂੰ ਫੋਨ ਮਾਰਿਆ ਕਿ ਇੰਨੇ ਪੈਸੇ ਲੈ ਕੇ ਆ ਜਾਓ। ਤਾਂ ਉਹਨਾਂ ਨੇ ਪੁਲਿਸ ਨੂੰ ਕੰਟੈਕਟ ਕਰ ਲਿਆ, ਰਾਤ ਨੂੰ ਡਿਊਟੀ ਅਫਸਰ ਨਾਲ ਚੱਲੇ ਪਿਆ, ਤੁਰੇ ਫਿਰਦੇ ਰਹੇ, ਇਹਨਾਂ ਨਾਲ ਕੰਟੈਕਟ ਨਹੀਂ ਹੋਇਆ, ਜਾਂ ਇਹ ਘਬਰਾ ਕਰਕੇ ਸਿੱਟ ਕੇ ਇਹ ਤੁਰ ਗਏ। ਮਤਲਬ ਮੇਨ ਇਸ ਰਿਪੋਰਟਿੰਗ ਦਾ ਕਾਰਨ ਇਹ ਹੋਇਆ ਕਿ ਰੈਂਸਮ ਕਾਲ ਆ ਗਈ। ਜੇ ਰੈਂਸਮ ਕਾਲ ਨਾ ਹੁੰਦੀ ਤਾਂ ਮੇ ਵੀ ਇਹ ਅਨਰਿਪੋਰਟਡ ਹੀ ਚਲਿਆ ਜਾਂਦਾ, ਜਿਵੇਂ ਪਹਿਲਾਂ 8-9 ਕੇਸ ਅਨਰਿਪੋਰਟਡ ਗਏ ਨੇ। ਵਿਕਟਿਮਸ ਹੁੰਦੇ, ਮੈਂ ਤੁਹਾਨੂੰ ਪਹਿਲੀ ਜਿਹੜੀ ਗੱਲ ਦੱਸੀ, ਵਿਕਟਿਮ ਦਾ ਮਤਲਬ ਬੜਾ ਵਿਕਟਿਮ ਦਾ, ਕਿਉਂਕਿ ਜੇ ਹੁਣ ਵਿਕਟਮ ਵਿਆਹਿਆ ਵਰਿਆ, ਵਿਕਟਮ ਸੈਟਲਡ ਹੈ, ਤਾਂ ਕਈ ਵਾਰੀ ਵਿਕਟਮ ਹੀ ਨਹੀਂ ਦਲੇਰੀ ਫੜਦਾ, ਅਗਲਾ ਸੋਸਾਇਟੀ ਦਾ ਪ੍ਰੈਸ਼ਰ ਹੈ, ਸੋਸਾਇਟਲ ਆਲੇ ਦੁਆਲੇ ਆਪਣੀ ਇਸ ਕਿਸਮ ਦੀ ਹੈ। ਪਰ ਇਹਦੇ ਵਿੱਚ ਇਹੀ ਇੱਕ ਤਾਂ ਰੈਂਸਮ ਦਾ, ਇੱਕ ਦੂਜਾ ਕਾਲ ਸੀ ਤਾਂ ਪੁਲਿਸ ਅਲਰਟ ਹੋਈ ਜਾਂ ਪੁਲਿਸ ਨੇ ਇੰਟਰਵੀਨ ਕੀਤਾ, ਅਤੇ ਦੂਜਾ ਸੀ ਜਿਹੜੀ ਬੇਟੀ ਹੈ, ਜਿਹੜੀ ਵਿਕਟਮ ਹੈ, ਉਹਦੀ ਦਲੇਰੀ ਹੈ। ਖਰੜਾ ਸਾਹਿਬ, ਕੁੜੀ ਦੀ ਦਲੇਰੀ ਸੀ, ਵਿਕਟਮ ਸੀ ਜਿਹੜੀ, ਕੀ ਉਹਨੂੰ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਸੀਗਾ ਉਹਦੇ ਪਰਿਵਾਰ ਵੱਲੋਂ, ਜਾਂ ਉਹਨਾਂ ਦੇ ਪਰਿਵਾਰ ਨੇ ਪੂਰਾ ਸਾਥ ਦਿੱਤਾ? ਉਹ ਆਏ ਆ, ਬੇਟੀ ਯਾਰ ਇਹਦੀ ਮਾਂ ਇਹ ਇਕੱਠੇ ਸੀ, ਆਈ ਥਿੰਕ ਫਾਦਰ ਵਗੈਰਾ ਦਾ ਮੈਨੂੰ ਕਦੇ ਹੈ ਨਹੀਂ, ਸ਼ਾਇਦ ਹੈ ਨਹੀਂ ਸੀ। ਤੋ ਮਾਵਾਂ ਧੀਆਂ ਦਲੇਰ ਸੀ, ਮੇਰੀ ਉਹਨਾਂ ਨੂੰ ਨਾ ਸਲਾਮ ਹੈ। ਅਤੇ ਖਰੜਾ ਸਾਹਿਬ, ਜਦੋਂ ਇਸ ਤਰ੍ਹਾਂ ਦੇ ਕੇਸ ਹੁੰਦੇ ਆ, ਜਿਸ ਤਰ੍ਹਾਂ ਇਹ ਵਾਪਰਿਆ, ਤੁਸੀਂ ਇੱਥੋਂ ਟਰੇਸ ਕੀਤੇ, ਜਿਹੜੇ ਬਾਕੀ 4 ਬੰਦੇ ਸੀਗੇ ਉਹ ਫਿਰ ਕਠੂਏ ਤੋਂ ਜਾ ਕੇ ਤੁਸੀਂ ਗ੍ਰਿਫਤਾਰ ਕੀਤੇ? ਹਾਂਜੀ ਹਾਂ, ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਸਾਡੀ ਸਿੱਟ ਸੀ ਟੀਮ, ਸੁਲੱਖਣ ਸਿੰਘ DSP, ਜਿਹੜੇ ਕਿ ਉਸ ਟਾਈਮ 'ਤੇ ਭਿੱਖੀਵਿੰਡ ਪੋਸਟਡ ਸੀ, ਪਰ ਉਹਨੂੰ ਇੱਥੇ ਬੁਲਾ ਲਿਆ ਸੀ।
ਤਾਂ ਉਹ ਗਏ, ਟੀਮ ਗਈ, ਲੋਕਲ ਐਸਐਸਪੀ ਤੋਂ ਹੈਲਪ ਲਈ ਉੱਥੇ ਜੰਮੂ ਤੋਂ, ਜੰਗਲਾਂ ਦੇ ਵਿੱਚੋਂ ਇਹਨਾਂ ਨੂੰ ਲੈ ਕੇ ਆਏ ਫੜ ਕੇ, ਠੀਕ ਹੈ ਜੀ। ਅਤੇ ਉੱਥੋਂ ਮਤਲਬ ਉਸ ਐਸਐਸਪੀ ਨੂੰ ਵੀ ਮੈਂ ਸਾਡੇ ਡੀਜੀਪੀ ਨੂੰ ਕਹਿ ਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਐਪਰੀਸੀਏਸ਼ਨ ਲੈਟਰ ਭੇਜਿਆ ਵੀ ਕੋਆਪਰੇਸ਼ਨ ਕੀਤੇ ਇਹਨਾਂ ਨੇ। ਪੰਜਾਬ ਸਰਕਾਰ ਨੇ ਐਸਐਸਪੀ ਜੰਮੂ ਨੂੰ ਐਪਰੀਸੀਏਸ਼ਨ ਲੈਟਰ ਭੇਜੇ। ਤਾਂ ਇਸ ਹਿੰਮਤ ਕਰਕੇ ਇਹ ਉੱਥੋਂ ਲੈ ਕੇ ਆਉਂਦੇ ਨੇ, ਫੜੇ ਗਏ ਨੇ। ਔਰ ਇਹ ਸਾਰੇ ਫੜੇ ਗਏ, ਫੜ ਕੇ ਦੇਖੋ ਅਸੀਂ ਆਪਣੀ ਤਫਤੀਸ਼ ਲਗਭਗ 3 ਹਫ਼ਤੇ 'ਚ ਕੰਪਲੀਟ ਕਰਤੀ ਸੀ, ਅਤੇ ਚਲਾਨ ਹੈ ਜਿਹੜਾ ਪੁੱਟ ਅਪ ਕਰਤਾ ਸੀ ਜੀ ਮਾਰਚ ਦੇ ਵਿੱਚ 19 'ਚ। ਫੈਬਰਵਰੀ 'ਚ ਘਟਨਾ ਹੋਈ ਹੈ, ਅਤੇ ਇੰਨੇ ਸਾਰੇ ਇਕੱਠੇ ਕਰਕੇ ਆਈਡੈਂਟੀਫਿਕੇਸ਼ਨ ਪਰੇਡਾਂ ਕਰਕੇ ਸਾਰੀ ਕਰਕੇ DNA ਜੇ ਉਹ ਜਿੰਨਾ ਵੀ ਹੁੰਦਾ ਉਹ ਅਸੀਂ ਮਾਰਚ ਦੇ ਮਹੀਨੇ 'ਚ ਚਲਾਨ ਪੇਸ਼ ਕਰਤਾ ਸੀ, ਅਤੇ 2019 'ਚ ਪੈਂਡਿੰਗ DNA ਟੈਸਟ। ਅਤੇ ਜਦ ਮੈਂ DNA ਦੀਆਂ ਹੋਰ ਰਿਪੋਰਟਾਂ ਆ ਗਈਆਂ ਉਹ ਕੰਪਲੀਟ ਹੋ ਗਿਆ, ਅਤੇ ਉਸ ਤੋਂ ਬਾਅਦ ਇਹ ਫਾਸਟ ਟਰੈਕ ਕੋਰਟ 'ਚ ਚਲਿਆ ਗਿਆ। ਬਟ ਉਹਦੇ 'ਚ ਜ਼ਰੂਰ 3 ਸਾਲ ਲੱਗ ਗਏ ਨੇ, ਜਿਹੜਾ ਅਸੀਂ ਤਾਂ ਚਾਹੁੰਦੇ ਸੀ ਛੇਤੀ ਹੋ ਜਾਏ, ਬਟ ਅਨਫੋਰਚੂਨੇਟਲੀ ਕਾਫੀ ਕਾਰਨਾਂ ਕਰਕੇ ਇਹ ਫਿਰ। ਪਰ ਸਟਿਲ ਆਈ ਫੀਲ ਕਿ ਡਿਸਪਾਈਟ ਕੋਵਿਡ ਦੀਆਂ ਹੋਰ ਦੂਜਾ ਲਾ ਮਿਲਾ ਕੇ ਅਸੀਂ 3 ਸਾਲ ਵੀ ਇਸ ਮੁਲਕ 'ਚ 3 ਸਾਲ 'ਚ ਬੱਚੀ ਨੂੰ ਨਿਆਂ ਮਿਲ ਜਾਣਾ, ਆਈ ਥਿੰਕ ਇਟਸ ਸਟਿਲ ਠੀਕ ਹੈ। ਖਰੜ ਸਾਹਿਬ, ਜਦੋਂ ਇਸ ਮਾਮਲੇ ਦੀ ਸੁਣਵਾਈ ਹੈ ਜਿਹੜੀ ਕੁਝ ਦਿਨ ਪਹਿਲਾਂ ਮੁਕੰਮਲ ਹੋ ਗਈ ਸੀ, ਅਤੇ ਜੱਜ ਸਾਹਿਬ ਨੇ ਫੈਸਲਾ ਜਿਹੜਾ ਰਾਖਵਾਂ ਰੱਖ ਲਿਆ ਸੀ, ਉਹ ਬੀਤੇ ਦਿਨੀ 4 ਤਰੀਕ ਨੂੰ ਜਿਹੜਾ ਫੈਸਲਾ ਹੈ ਉਹ ਸੁਣਾਇਆ ਹੈ, ਔਰ ਅਖਬਾਰਾਂ ਦੀਆਂ ਸੁਰਖੀਆਂ ਇਹ ਸੀ ਕਿ ਹੋ ਸਕਦਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ। ਸੋ 5 ਨੂੰ ਤਾਂ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਹੈ, ਜਿਹੜਾ 6ਵਾਂ ਉਸ ਵੇਲੇ ਤੁਸੀਂ ਕਹਿੰਦੇ ਹੋ ਮਾਈਨਰ ਸੀ, ਉਹਨੂੰ 20 ਸਾਲ ਦੀ ਸਜ਼ਾ ਹੋਈ ਹੈ, ਅਤੇ ਸਾਰਿਆਂ ਨੂੰ ਲੱਖ ਰੁਪਏ ਜੁਰਮਾਨਾ ਜਿਹੜਾ ਉਹ ਵੀ ਕੀਤਾ ਗਿਆ। ਬਤੌਰ ਪੁਲਿਸ ਮੁਲਾਜ਼ਮ ਜਦੋਂ ਤੁਸੀਂ ਕੋਈ ਇਸ ਤਰ੍ਹਾਂ ਦੇ ਬਹੁਤ ਵੱਡੇ ਕੇਸ ਨੇ ਜਿਹੜੇ ਜਦੋਂ ਟਰੇਸ ਕਰਦੇ ਹੋ, ਉਹਨਾਂ 'ਚ ਸਮਾਜ ਵੀ ਇਨਵੋਲਵ ਹੁੰਦਾ, ਸਾਰਾ ਕੁਝ ਹੁੰਦਾ, ਇੱਕ ਤਾਂ ਬਤੌਰ ਪੁਲਿਸ ਅਫਸਰ ਤੁਹਾਡੀ ਡਿਊਟੀ ਬਣਦੀ ਹੈ, ਪਰ ਇਨਸਾਨੀਅਤ ਦੇ ਤੌਰ 'ਤੇ ਤੁਹਾਡਾ ਵੀ ਇਸ ਤਰ੍ਹਾਂ ਖੂਨ ਖੌਲਦਾ ਕਿ ਤੁਸੀਂ ਆਪਣੇ ਆਪ 'ਤੇ ਕਾਬੂ ਮੁਸ਼ਕਿਲ ਰੱਖਦੇ ਹੋ। ਔਰ ਇਹਦੇ ਨਾਲ ਹੀ ਦੂਜਾ ਸਵਾਲ ਇਹ ਹੈ ਕਿ ਤੁਸੀਂ ਵੀ ਬਤੌਰ ਪੁਲਿਸ ਅਫਸਰ ਅਤੇ ਬਤੌਰ ਸਿਵਲੀਅਨ ਇਹ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਦੀ ਇਹਨਾਂ ਨੇ ਘਿਨਾਉਣੀ ਹਰਕਤ ਕੀਤੀ ਹੈ, ਅਤੇ ਇਹਨਾਂ ਨੂੰ ਵੀ ਫਾਂਸੀ ਹੋਣੀ ਚਾਹੀਦੀ ਸੀ। ਦੇਖੋ ਜਿਸ ਕਿਸਮ ਦੀ ਬਰੂਟੈਲਿਟੀ ਉਸ ਬੱਚੀ ਨਾਲ ਹੋਈ, ਅਤੇ ਉਹ ਬੱਚੀ ਨੂੰ ਮੈਂ ਦੇਖਦਾ ਰਿਹਾ, ਔਰ ਜਿਸ ਕਿਸਮ ਦੀ ਹਰਕਤ ਇਹਨਾਂ ਲੋਕਾਂ ਨੇ ਦਰਿੰਦਗੀ ਦਿਖਾਈ ਸੀ, ਤਾਂ ਅਸੀਂ ਤਾਂ ਜੋ ਸਬੂਤ ਅਤੇ ਸਾਰਾ ਕੁਛ ਇਕੱਠਾ ਕੀਤਾ ਸੀ, ਉਹ ਸਾਰੇ ਅਸੀਂ ਫਾਂਸੀ ਲਈ ਉਹ ਇਕੱਠੇ ਕਰੇ ਸੀ ਵੀ ਇਹਨਾਂ ਲੋਕਾਂ ਨੂੰ ਦੇ ਸ਼ੁੱਡ ਵੀ ਬੜੀ ਫਾਂਸੀ ਮਿਲਣੀ ਚਾਹੀਦੀ ਹੈ। ਪਰ ਹੁਣ ਆਏ ਆ, ਨਿਆਂਪਾਲਿਕਾ ਦੇ ਆਪਣੇ ਪੈਰਾਮੀਟਰਸ ਨੇ। ਮੈਂ ਸਮਝਦਾ ਵੀ ਜਿਵੇਂ ਨਿਰਭਇਆ ਕੇਸ ਸੀ, ਉੱਥੇ ਉਹ ਬੇਟੀ ਚੜ੍ਹਾਈ ਉਹ ਕਰ ਗਈ, ਮਰਡਰ ਹੋ ਗਿਆ ਨਾਲ, ਤਾਂ ਵਿਦ ਮਰਡਰ ਕਾਫੀ ਉਹ ਹੋ ਜਾਂਦਾ, ਮਤਲਬ ਫਾਂਸੀ ਦੀ ਸਜ਼ਾ। ਪਰ ਕਾਨੂੰਨ ਦੇ ਵਿੱਚ ਤਾਂ ਵੈਸੇ ਇਹਨਾਂ ਦਰਿੰਦਗੀਆਂ ਲਈ ਵੀ ਫਾਂਸੀ ਹੀ, ਜਿਹੜਾ ਤਰਮੀਮ ਹੋਇਆ ਸੀ ਆਫਟਰ 2012, ਫਾਂਸੀ ਦੀ ਸਜ਼ਾ ਦਾ ਰੱਖਿਆ। ਅਤੇ ਅਸੀਂ ਇਹ ਵੀ ਸਮਝਦੇ ਹਾਂ ਵੀ ਰੇਅਰ ਆਫ ਰੇਅਰ ਹੈ 18-19 ਸਾਲ ਦੇ ਵਿੱਚ ਬਾਹਰ ਫੜ ਕੇ 6 ਬੰਦੇ 7 ਬੰਦੇ ਰਲ ਕੇ ਕਰ ਦੇਣ। ਇਸ ਐਂਗਲ ਤੋਂ ਮੈਂ ਸਮਝਦਾ ਵੀ ਸਿੰਸ ਬੱਚੀ, ਮੈਂ ਇਸ ਵੱਲ 'ਤੇ ਕਮੈਂਟ ਨਹੀਂ ਕਰਦਾ, ਪਰ ਮੈਂ ਇਹ ਸਮਝਦਾ ਵੀ ਜੇ ਮਤਲਬ ਅਨਫੋਰਚੂਨੇਟਲੀ, ਮਤਲਬ ਫੋਰਚੂਨੇਟਲੀ ਇਹ ਹੈ ਕਿ ਬੱਚੀ ਬਚ ਗਈ ਤਾਂ ਉਹ ਦੱਸਣ ਜੋਗਾ ਰਹਿ ਗਈ, ਅਤੇ ਜੇ ਉਹਨੇ ਦੱਸਿਆ ਤਾਂ ਇਹ ਲੋਕ ਫੜੇ ਗਏ, ਅਤੇ ਫੜੇ ਗਏ ਤਾਂ ਅੱਜ ਉਹਨਾਂ ਨੂੰ ਸਜ਼ਾ ਮਿਲ ਗਈ। ਅਤੇ ਜੇ ਇਸ ਗੱਲ ਦੀ ਸੈਟਿਸਫੈਕਸ਼ਨ ਹੈ। ਹੁਣ ਜੇ ਇਹ ਕਹੀਏ ਵੀ ਬੱਚੀ ਵਿਚਾਰੀ ਜੇ ਕਿਤੇ ਚੜ੍ਹਾਈ ਕਰ ਜਾਂਦੀ ਅਨਫੋਰਚੂਨੇਟਲੀ ਜਾਂ ਖੁਦਾ ਨਾ ਖਾਸਤਾ, ਤਾਂ ਫਿਰ ਇਹਨਾਂ ਨੂੰ ਇਹ ਕੇਸ ਕਿੱਥੋਂ ਸਿਰੇ ਚੜ੍ਹਨੇ ਸੀ, ਫਿਰ ਇਹ ਸਜ਼ਾ ਵੀ ਨਹੀਂ ਮਿਲਣੀ ਸੀ। ਇੱਕ ਦੂਜੀ ਗੱਲ, ਸਾਡਾ ਤਾਂ ਦੇਖੋ ਹਮੇਸ਼ਾ ਹੀ ਹੁੰਦਾ, ਹੁਣ ਇਹ ਤਾਂ ਇੱਕ ਸੀ, ਹੁਣ ਜਸਟ ਬਿਫੋਰ ਰਿਟਾਇਰਮੈਂਟ 1.5-2 ਮਹੀਨੇ ਪਹਿਲਾਂ ਮੈਂ ਲਾਸਟ ਈਅਰ ਰਿਟਾਇਰ ਹੋਇਆ ਮਾਰਚ 'ਚ, ਤਾਂ ਸਾਡੇ ਕਪੂਰਥਲੇ ਕੇਸ ਹੋਇਆ, ਤੁਸੀਂ ਹੁਣੇ ਪਿੱਛੇ ਅਖਬਾਰਾਂ 'ਚ ਪੜ੍ਹਿਆ ਹੋਣਾ, ਮੇਰੇ ਰਿਟਾਇਰਮੈਂਟ ਮਹੀਨਾ 20 ਦਿਨ ਪਹਿਲਾਂ ਹੋਇਆ ਸੀ ਉਹ ਜੀ।
2021 ਦੀ ਜਨਵਰੀ ਫਰਵਰੀ। ਹੂੰ ਜਿਹੜੇ SSP ਕੰਵਰਦੀਪ ਕੌਰ, ਅੱਜ ਕੱਲ੍ਹ ਨਵਾਂ ਸ਼ਹਿਰ ਨੇ, ਉਹ ਮੇਰੇ ਕੋਲ SSP ਕਪੂਰਥਲਾ ਹੁੰਦੇ ਸੀ। ਜੀ ਤਾਂ ਉਹਨਾਂ ਜਦ ਰਿਪੋਰਟ ਹੋਇਆ, ਮੈਂ ਕਿਹਾ ਬੜਾ ਘਿਨਾਉਣਾ ਸੀ, ਬੱਚੀ ਮਾਰਤੀ, ਅਤੇ ਉਹਨਾਂ ਨੇ ਫਟਾਫਟ ਅਸੀਂ ਉਹਨਾਂ ਨੂੰ ਮੈਂ ਉਹ ਸੁਪਰਵਾਈਜ਼ ਕੀਤਾ ਉਹਨੂੰ। ਪਰ ਐਂ ਸੀ, ਮੇਰੀ ਉਹਦੇ 'ਚ ਤਸੱਲੀ ਇਹ ਸੀ ਕਿ ਇੱਥੇ ਤਾਂ SSP ਸੁੱਤਾ ਰਹਿ ਗਿਆ, ਲੋਕਲ ਪੁਲਿਸ ਸੁੱਤੀ ਰਹਿ ਗਈ, ਉੱਥੇ SSP ਜਾਗਦੀ ਸੀ, SSP ਪ੍ਰੋਐਕਟਿਵ ਸੀ, ਉਹਨੇ ਸਾਰੇ ਕਰੇ ਸਬੂਤ ਕਰੇ, ਉੱਥੇ ਮੈਂ ਸੁਪਰਵਿਜ਼ਨ ਕੀਤੀ, ਮੈਨੂੰ ਤਸੱਲੀ ਸੀ ਵੀ ਇਹ ਲੜਕੇ ਆਪਣਾ SSP ਹਿੰਮਤ ਮਾਰ ਕੇ ਉਹਨੇ ਸਾਧਨ ਜਟਾਏ, ਸਭ ਕੁਝ ਕਰਿਆ। ਕੁਛ ਦਿਨਾਂ ਦੇ ਵਿੱਚ ਉਹਨੇ ਜਿਹੜਾ ਹੈ ਚਲਾਨ ਪੁੱਟ ਅਪ ਕਰਤਾ, ਅਤੇ ਹੁਣ ਉਹ ਤੁਸੀਂ ਦੇਖਿਆ ਹੋਣਾ, ਪੜ੍ਹਿਆ ਹੋਣਾ, ਪਿਛਲੇ ਮਹੀਨੇ ਉਹਦੇ 'ਚ ਫਾਂਸੀ ਦੀ ਸਜ਼ਾ ਹੋਈ ਜੀ। ਅਤੇ ਉਹਦੀ ਸਾਡੀ ਤਸੱਲੀ ਹੈ, ਮਤਲਬ ਵੀ ਪੁਲਿਸ ਦੀ ਸਾਡੀ ਤਸੱਲੀ। ਦੇਖੋ ਅਸੀਂ ਤਾਂ ਸਾਰਾ ਕੁਛ ਜੁਟਾ ਕੇ ਕੋਰਟ ਕਚਹਿਰੀ ਦੇ ਅੱਗੇ ਧਰਨਾ ਹੁੰਦਾ, ਅਤੇ ਕੋਰਟ ਕਚਹਿਰੀ ਨੇ, ਜੱਜ ਨੇ ਉਹਨਾਂ ਨੂੰ ਦੇਖਣਾ ਹੁੰਦਾ, ਜੁਡੀਸ਼ੀਅਲ ਸਿਸਟਮ, ਅਤੇ ਉਹਨਾਂ ਦੇ ਵਿੱਚ ਜੇ ਸਾਡਾ ਮਤਲਬ ਦਮ ਲੱਗਦਾ ਹੁੰਦਾ ਤਾਂ ਨੈਚੁਰਲੀ ਨਿਆਂ ਮਿਲ ਜਾਂਦਾ ਬੱਚਿਆਂ ਨੂੰ। ਨਿਆਂਪਾਲਿਕਾ ਦੇ ਵਿੱਚ ਸਾਡਾ ਸਾਰਿਆਂ ਦਾ ਵਿਸ਼ਵਾਸ ਹੈ ਕਿ ਨਿਆਂਪਾਲਿਕਾ ਜਿਹੜਾ ਉਹ ਸਰਵਉੱਚ ਅਦਾਲਤ ਹੈ, ਪਰ ਬੇਸ਼ੱਕ ਉਹਨਾਂ ਨੂੰ ਸਜ਼ਾ ਮਿਲ ਗਈ, ਉਮਰ ਕੈਦ ਮਿਲ ਗਈ, ਜਿਹੜਾ ਉਸ ਵੇਲੇ ਮਾਈਨਰ ਸੀ ਉਹਨੂੰ 20 ਸਾਲ ਦੀ ਮਿਲ ਗਈ। ਤੁਸੀਂ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਦੇ ਸਬੂਤ ਇਕੱਠੇ ਕੀਤੇ ਸੀ, ਜਿਸ ਤਰ੍ਹਾਂ ਦਾ ਕੇਸ ਤਿਆਰ ਕੀਤਾ ਸੀ, ਉਹ ਫਾਂਸੀ ਵਾਲਾ ਹੀ ਸੀ, ਪਰ ਤੁਹਾਨੂੰ ਫੈਸਲਾ ਪੜ੍ਹ ਕੇ ਸੁਣ ਕੇ ਠੇਸ ਤਾਂ ਲੱਗੀ ਹੋਣੀ ਕਿ ਅਸੀਂ ਮਿਹਨਤ ਜਿਹੜੀ ਇਸ ਤੋਂ ਜ਼ਿਆਦਾ ਕੀਤੀ ਸੀ? ਨਹੀਂ, ਠੇਸ ਦੇਖੋ ਤਸੱਲੀ ਹੁੰਦੀ ਹੈ, ਠੇਸ ਤਾਂ ਹੁੰਦੀ ਹੈ ਜੇ ਇਹਨਾਂ 'ਚੋਂ ਕੋਈ ਬਰੀ ਬੁਰੀ ਹੋ ਜਾਂਦੇ। ਹੁਣ ਉਹਦਾ ਮਨ ਦੀ ਤਸੱਲੀ ਹੁੰਦੀ ਹੈ ਕਿ ਚਲੋ ਇਹ ਉਹਨਾਂ ਨੇ ਦੇਖਣਾ ਹੁੰਦਾ, ਜੱਜਸ ਸਾਹਿਬਾਨ ਨੇ, ਬਈ ਉਹਨਾਂ ਦੇ ਉੱਤੇ ਵੀ ਕਈ ਕਿਸਮ ਦੇ ਉਹਨਾਂ ਨੇ ਸੋਚ ਵਿਚਾਰ ਤੋਂ ਬਾਅਦ ਡਿਸੀਜਨ 'ਤੇ ਆਉਣਾ ਹੁੰਦਾ। ਅਤੇ ਹੁਣ ਅਸੀਂ ਤਾਂ ਹਰ ਕੇਸ ਨੂੰ ਰੇਅਰ ਆਫ ਰੇਅਰ ਮੰਨਦੇ ਹਾਂ, ਉਹ ਉਸ ਪੈਰਾਮੀਟਰ ਦੇ ਉੱਤੇ ਮੰਨਦੇ ਨਹੀਂ ਮੰਨਦੇ, ਬਟ ਸਟਿਲ ਮੈਂ ਇਹ ਜ਼ਰੂਰ ਚਾਹੂੰਗਾ ਕਿ ਜਿਹੜੇ ਮੌਜੂਦਾ ਸਾਡੀ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਜਾਂ ਜਿਹੜੇ ਵੀ ਹੈਗੇ, ਮੈਨੂੰ ਲੱਗਦਾ ਸ਼ਾਇਦ ਇਹਨੂੰ ਅਪੀਲ 'ਚ ਜਾਣਗੇ, ਕਿਉਂਕਿ ਜੇ ਉਹ ਅਪੀਲ 'ਚ ਜਾਣਗੇ ਤਾਂ ਅਸੀਂ ਵੀ ਅਪੀਲ ਜਾਵਾਂਗੇ ਵੀ ਇਹਦੀ ਐਨਹਾਂਸਮੈਂਟ ਹੋਣੀ ਚਾਹੀਦੀ ਹੈ। ਲੈਟ ਅਸ ਸੀ ਜੇ ਹਾਈ ਕੋਰਟ ਸਾਡੀ ਇਸ ਗੱਲ ਨੂੰ ਮੰਨੂਗਾ ਵੀ ਇਹ ਰੇਅਰ ਆਫ ਰੇਅਰ ਕੇਸਿਸ ਦੇ ਵਿੱਚ ਆਉਂਦਾ। ਮਤਲਬ ਮੈਂ ਤਾਂ ਹੁਣ ਰਿਟਾਇਰਡ ਹਾਂ, ਬਟ ਡੈਫੀਨੇਟਲੀ ਪੁਲਿਸ ਡਿਪਾਰਟਮੈਂਟ, ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜਿਹੜਾ, ਵਿਦ ਕੰਸੈਂਟ ਆਫ ਪ੍ਰੋਸੀਕਿਊਸ਼ਨ ਵਿਭਾਗ, ਇਹਨੂੰ ਐਗਜ਼ਾਮਿਨ ਕਰਨਗੇ ਵੀ ਹਾਂ ਆਪਾਂ ਨੂੰ ਐਨਹਾਂਸਮੈਂਟ ਲਈ ਜਾਣਾ ਚਾਹੀਦਾ। ਖਰੜਾ ਸਾਹਿਬ, ਜਦੋਂ ਇਹ ਕੇਸ ਹੋਇਆ ਉਸ ਤੋਂ ਬਾਅਦ ਉੱਥੋਂ ਦੇ IG ਸਾਹਿਬ ਵੱਲੋਂ ਮੁੱਲਾਂਪੁਰ ਦਾਖੇ ਥਾਣੇ ਦੇ ਵਿੱਚ ਉੱਥੇ ਅਚਨਚੇਤ ਚੈਕਿੰਗ ਕੀਤੀ ਗਈ, ਤਾਂ ਉਹਨਾਂ ਨੇ ਇਸ ਮਾਮਲੇ 'ਚ ਹੀ ਜਿਹੜੇ ਇੰਸਪੈਕਟਰ ਨੂੰ ਲਾਈਨ ਹਾਜ਼ਰ ਕੀਤਾ ਸੀ, ਸਬ ਇੰਸਪੈਕਟਰ ਨੂੰ ਸਸਪੈਂਡ ਕੀਤਾ ਸੀ। ਸੋ ਤੁਹਾਨੂੰ ਇਹ ਲੱਗਦਾ ਹੈ ਕਿ ਠੀਕ ਹੈ ਕਿ ਪੁਲਿਸ ਦੀ ਮੁਸਤੈਦੀ ਨਾਲ ਬਹੁਤ ਸਾਰੇ ਕ੍ਰਾਈਮ ਨੇ ਜਿਹੜੇ ਟਰੇਸ ਹੋ ਜਾਂਦੇ ਨੇ, ਅਤੇ ਬਹੁਤ ਸਾਰੇ ਇੱਦਾਂ ਦੇ ਵੀ ਕ੍ਰਾਈਮ ਨੇ ਜਿਨ੍ਹਾਂ ਦੀ ਰਿਪੋਰਟ ਤੱਕ ਨਹੀਂ ਲਿਖੀ ਜਾਂਦੀ? ਤੁਹਾਨੂੰ ਲੱਗਦਾ ਹੈ ਕਿ ਪੁਲਿਸ ਦੇ ਵਿੱਚ ਹਾਲੇ ਵੀ, ਬੇਸ਼ੱਕ ਅਸੀਂ ਨਿਆਂਪਾਲਿਕਾ ਦੀ ਗੱਲ ਕਰ ਰਹੇ ਹਾਂ ਕਿ ਜਾਂ ਕਾਨੂੰਨ ਬਹੁਤ ਸਖਤ ਹੈ, ਪਰ ਹਾਲੇ ਵੀ ਕਿਤੇ ਨਾ ਕਿਤੇ ਅਣਗੌਲਿਆਂ ਕਰ ਦਿੰਦੀ ਹੈ ਪੁਲਿਸ, ਜਾਂ ਸੁਣਵਾਈ ਨਹੀਂ ਹੁੰਦੀ? ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਉਦੋਂ ਇੱਕ ਪੁਲਿਸ ਜਿਹੜਾ ਮੁਲਾਜ਼ਮ ਹੈ ਉਹਨਾਂ ਦੇ ਨਾਲ ਫਿਰਦਾ ਜ਼ਰੂਰ ਰਿਹਾ, ਪਰ ਉਹਨੇ ਲਾਈਟਲੀ ਲਿਆ ਅਤੇ ਅਗਲੇ ਦਿਨ ਫੋਲੋਅਪ ਇਸ ਕੇਸ ਦਾ ਨਹੀਂ ਲਿਆ। ਦੇਖੋ ਆਏ ਹੈ, ਇਸ ਕੇਸ ਦੇ ਵਿੱਚ ਸਿਰਫ ਅਤੇ ਸਿਰਫ ਮੈਨੂੰ ਇੰਨੀ ਕੁ ਤਸੱਲੀ ਹੈ ਕਿ ਚਲੋ ਅੱਧੀ ਰਾਤ ਨੂੰ 12:30 1 ਵਜੇ ਜੇ ਉਹਦੇ ਕੋਲ ਫੋਨ ਆਇਆ, ਜਾਂ ਕੋਈ ਬੰਦੇ ਨੇ ਅਪਰੋਚ ਕੀਤਾ, ਤਾਂ ਉਹ ਬੰਦਾ ਇਕੱਲਾ ਹੀ ਉਹਨਾਂ ਦੇ ਨਾਲ ਤੁਰਪਤਾ ਪਿਆ। ਸਾਡੀ ਪੁਲਿਸ ਦੇ ਲਈ ਇਹ ਸਾਰੇ ਕੇਸ ਸੇਵਿੰਗ ਗ੍ਰੇਸ ਸਿਰਫ ਅਤੇ ਸਿਰਫ ਇੰਨੀ ਹੈ। ਜੇ ਕਿਤੇ ਉਹ ਵੀ ਫੋਨ ਹੀ ਨਾ ਸੁਣਦਾ, ਜਾਂ ਬਾਹਰੋਂ ਹੀ ਭਜਾ ਦਿੰਦਾ ਗੇਟ ਤੋਂ, ਕਰਿਆ ਉਹਨੇ ਵਿਚਾਰੇ ਨੇ ਵੀ ਇੰਨਾ ਕਿਹਾ ਵੀ ਗਿਆ ਆਇਆ, ਅਤੇ ਆ ਕੇ ਮੁੜ ਕੇ ਆ ਕੇ ਸਵੇਰੇ 2:30 3 ਵਜੇ ਉਹ ਵੀ ਚਲੇ ਗਏ ਆਪਣੇ ਘਰਾਂ ਨੂੰ, ਇਹ ਵੀ ਆਪਣੇ ਘਰਾਂ ਨੂੰ ਆ ਗਿਆ, ਸੌਂ ਗਿਆ ਆ ਕੇ, ਜਾਂ ਆਪਣੇ ਦਫ਼ਤਰ ਆ ਕੇ ਬੈਠ ਗਿਆ। ਸਾਡੀ ਸੇਵਿੰਗ ਗ੍ਰੇਸ ਪੁਲਿਸ ਵਿਭਾਗ ਦੀ ਇਸ ਦੇ ਵਿੱਚ ਸਿਰਫ ਇੰਨੀ ਹੋਇਆ ਕਿ ਘੱਟ ਤੋਂ ਘੱਟ ਉਹ ਰਾਤ ਨੂੰ ਵਿਚਾਰਾ 12:30 ਵਜੇ ASI ਉਹਨਾਂ ਇਹ ਜਦ ਆ ਕੇ ਮੁੰਡੇ ਦੇ ਫਰੈਂਡਸ, ਹਾਂਜੀ, ਤਾਂ ਉਹਨਾਂ ਨਾਲ ਚਲਿਆ ਗਿਆ, ਲੱਭਦਾ ਰਿਹਾ, ਫਿਰਦਾ ਰਿਹਾ, ਤੁਰਦਾ ਰਿਹਾ, ਅਤੇ ਬਟ ਇਹ ਹੁਣ ਸੋਚ ਹੁੰਦੀ ਹੈ, ਮਤਲਬ ਉਹਨੇ ਆ ਕੇ ਜੇ ਇਸੇ ਚੀਜ਼ ਦੀ ਕਾਨੂੰਨੀ ਨਹੀਂ ਨਾ ਕੀਤਾ, ਆ ਕੇ ਰਬਟ ਪਾਉਂਦਾ। ਸਵੇਰੇ ਡਿਊਟੀ ਛੱਡਣ ਤੋਂ ਪਹਿਲਾਂ ਆਪਣੇ SHO ਨੂੰ ਦੱਸ ਕੇ ਜਾਂਦਾ, ਇਨਫੋਰਮ ਕਰਦਾ, ਜੀ ਰਾਤ ਆਇਆ ਹੋਇਆ, ਆ ਹੋਇਆ, ਆ ਬੱਚੇ ਹੋਏ, ਫਲਾਣਾ ਹੋਇਆ, ਮੈਂ ਇੱਥੇ ਗਿਆ, ਪਰ ਆ ਇਹਨੂੰ
ਨਹੀਂ ਹੋਇਆ। ਮਤਲਬ ਮੈਨੂੰ ਸਾਨੂੰ ਲੱਭਿਆ ਜਾਂ ਉਹਨੂੰ ਬੈਕਅਪ ਕਰੋ ਜਾਂ ਅਗਲੇ ਦਿਨ ਬੁਲਾ ਲਓ ਉਹਨਾਂ ਨੂੰ, ਗੱਲ ਸੁਣ ਲਓ ਕੀ ਹੋਇਆ ਭਾਈ, ਵਾਟ ਇਜ਼ ਆਲ ਥੀਸ ਥਿੰਗਸ ਹੈਵ ਟੂ ਬੀ ਰਿਪੋਰਟਡ। ਅਨਫੋਰਚੂਨੇਟ ਪਾਰਟ ਹੈ ਕਿ ਉਹ ਆ ਨਹੀਂ ਕਰਕੇ ਗਿਆ, ਤੇ ਜਦੋਂ ਆਇਆ ਤਾਂ ਉਹ ਚਲਿਆ ਗਿਆ। ਨਵਾਂ ਜਿਹੜਾ ਐਸਐਚਓ ਛੁੱਟੀ ਚਲਿਆ ਗਿਆ ਹੋਇਆ ਸੀ, ਉਹ ਨਹੀਂ ਆ ਕੇ ਵੀ ਨਹੀਂ ਤਸੱਲੀ ਕਰੀ। ਖਰੜਾ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਬੇਸ਼ੱਕ ਜਿਹੜੇ ਦੋਸ਼ੀ ਹੁੰਦੇ ਨੇ ਜਾਂ ਜਿਹੜੇ ਕ੍ਰਿਮੀਨਲ ਹੁੰਦੇ ਨੇ ਉਹ ਕਿਸੇ ਜਾਤ, ਧਰਮ, ਖਿੱਤੇ ਨਾਲ ਸੰਬੰਧਿਤ ਨਹੀਂ ਹੁੰਦੇ। ਦੋਸ਼ੀ ਸਿਰਫ ਦੋਸ਼ੀ ਹੁੰਦਾ ਹੈ। ਕਠੂਆ ਦੇ ਵਿੱਚ ਮੇਰੇ ਖਿਆਲ ਹੈ ਹਿੰਦੂ ਕੁੜੀ ਨਾਲ ਮੁਸਲਿਮ ਕੁੜੀ ਨਾਲ ਗੈਂਗਰੇਪ ਹੋਇਆ ਸੀ, ਅਤੇ ਇੱਥੇ ਸ਼ਾਇਦ ਹਿੰਦੂ ਕੁੜੀ ਸੀ। ਪਰ ਜਿਹੜਾ ਕ੍ਰਿਮੀਨਲ ਆ ਉਹ ਸਿਰਫ ਕ੍ਰਿਮੀਨਲ ਆ, ਉਹਦੀ ਜਾਤ, ਧਰਮ, ਰੰਗ, ਰੂਪ ਕਿਸੇ ਚੀਜ਼ ਨਾਲ ਕੋਈ ਸੰਬੰਧ ਨਹੀਂ ਹੁੰਦਾ। ਤੁਸੀਂ ਇਸ ਕੇਸ ਨੂੰ ਟਰੇਸ ਵੀ ਕੀਤਾ, ਇਹਨਾਂ ਸਾਰਿਆਂ ਦੀ ਤਫਤੀਸ਼ ਵੀ ਕੀਤੀ। ਸੋ ਤੁਹਾਨੂੰ ਇਹਨਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਲੱਗੀ ਕਿ ਇਹਨਾਂ ਦੀ ਮਾਨਸਿਕਤਾ ਕੋਈ ਡੇ 1 ਤੋਂ ਤਾਂ ਕ੍ਰਿਮੀਨਲ ਬਣੇ ਨਹੀਂ ਹੋਣੇ, ਉਹਨਾਂ ਦਾ ਆਲਾ ਦੁਆਲਾ ਇਸ ਤਰ੍ਹਾਂ ਦਾ ਸੀ, ਜਾਂ ਤੁਸੀਂ ਇਹ ਸਾਰੇ ਕੇਸ ਦੇ ਵਿੱਚੋਂ ਜਿਹੜੇ ਇਹਨਾਂ ਦੀ ਮਾਨਸਿਕਤਾ ਸੀ ਉਹਦਾ ਨਿਚੋੜ ਕੀ ਕੱਢਿਆ? ਆਏ ਆ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਕੇਸ ਤੇ ਕਠੂਆ ਕੇਸ ਦੀ ਕਾਫੀ ਸਿਮਿਲੈਰਿਟੀ ਹੈ। ਕਠੂਏ 'ਚ ਹੋਇਆ, ਹਾਂਜੀ, ਉਹ ਬੱਚੀ ਦਾ ਅਨਫੋਰਚੂਨੇਟ, ਅਤੇ ਉਹ ਕੇਸ ਹੈ ਜਿਹੜਾ ਪਠਾਨਕੋਟ ਦੇ ਵਿੱਚ ਉਹਦੀ ਟਰਾਇਲ ਚੱਲੀ, ਠੀਕ ਹੈ ਜੀ। ਅਤੇ ਸਿਮਿਲਰਲੀ ਇਹਦੇ 'ਚ ਸਿਮਿਲੈਰਿਟੀ ਇਹ ਹੈ ਕਿ ਇਸ ਜਗ੍ਹਾ ਦੇ ਉੱਤੇ ਇਹ ਲੁਧਿਆਣਾ, ਹਾਂਜੀ, ਇੱਥੇ ਜਿਹੜੀ ਵਿਕਟਮ ਲੜਕੀ ਹੈ, ਠੀਕ ਹੈ, ਉਹਦੇ ਨਾਲ ਇਹ ਲੋਕ ਮੈਜੋਰਿਟੀ ਜਿਹੜੇ ਬੰਦੇ ਨੇ ਇਹ ਇੱਕੋ ਹੀ ਲੋਕਲ ਹੈ, ਬਾਕੀ ਤਾਂ ਇਹ ਸਾਰੇ ਕਠੂਏ ਏਰੀਏ ਨੂੰ ਬਿਲੋਂਗ ਕਰਦੇ ਨੇ, ਠੀਕ ਹੈ ਜੀ। ਤੋ ਇਸ ਪੱਖੋਂ ਕਾਫੀ ਸਿਮਿਲੈਰਿਟੀਜ਼ ਹੈਗੀਆਂ, ਪਰ ਅਸੀਂ ਇਹਦੇ 'ਚ ਇਸ ਐਂਗਲ ਨੂੰ ਕਦੇ ਨਹੀਂ ਘੋਖਿਆ ਹੈ ਵੀ ਕਾਸਟ ਲਾਈਨਸ 'ਤੇ ਜਾਂ ਕੋਈ ਆਪਸ ਦੇ ਵਿੱਚ ਇਹਨਾਂ ਦਾ ਉਸ ਕਿਸਮ ਦੀ ਨਾ ਕਦੇ ਕੋਈ ਆਈ ਗੱਲ ਅਸੀਂ ਨਹੀਂ ਲਿਆ, ਪਰ ਹਾਂ ਸਿਮਿਲੈਰਿਟੀਜ਼ ਕਾਫੀ ਨੇ। ਮੈਂ ਮਾਨਸਿਕਤਾ ਦੀ ਗੱਲ ਕਰ ਰਿਹਾ ਸੀ। ਮਤਲਬ ਮਾਨਸਿਕਤਾ ਤਾਂ ਦੇਖੋ ਇਹਨਾਂ ਲੋਕਾਂ ਦੀ ਇਹੀ ਹੈ ਵੀ ਯੰਗ ਮੁੰਡੇ ਨੇ ਆ ਗਏ, ਉਹਨਾਂ ਨੇ ਘੇਰ ਲਓ, ਲੁੱਟ ਲਓ। ਬਾਕੀ ਜਿਹੜੀ ਹਵਾਨੀਅਤ ਹਵਸ ਵਾਲੀ ਹੈ ਨਾ, ਉਹ ਤਾਂ ਮਤਲਬ ਇਹਨਾਂ ਲੋਕਾਂ ਨੂੰ ਸ਼ੈਤਾਨ ਬਣਾ ਹੀ ਦਿੰਦੀ ਹੈ। ਇਹਨਾਂ ਦੇ ਸਾਰਿਆਂ ਦਾ ਪਰਿਵਾਰਕ ਪਿਛੋਕੜ ਕੋਈ ਕ੍ਰਿਮੀਨਲ ਸੀ ਕਿਸੇ ਦਾ? ਨਹੀਂ, ਪਹਿਲਾਂ ਕੋਈ ਆਇਆ ਨਹੀਂ ਕ੍ਰਾਈਮ ਇਹਨਾਂ ਦਾ ਨੋਟਿਸ ਕਦੇ, ਪਰ ਆਹ ਜ਼ਰੂਰ ਹੈ ਵੀ ਇਹ ਇੱਥੇ ਖਬਰਾਂ ਆਉਂਦੀਆਂ ਰਹੀਆਂ ਨੇ ਲੋਕਲ ਪੁਲਿਸ ਨੂੰ। ਮੈਂ ਸਾਡੇ ਕੋਲ ਨਹੀਂ, ਕਿਉਂਕਿ ਸਾਡਾ ਤਾਂ ਏਰੀਆ ਨਹੀਂ, ਸਾਡਾ ਤਾਂ ਜਿੱਥੋਂ ਪਿੰਡ ਸ਼ੁਰੂ ਹੋ ਗਿਆ ਉੱਥੋਂ ਖਤਮ ਸੀ। ਲੋਕਲ ਕਮਿਸ਼ਨਰੇਟ ਦੇ ਵਿੱਚ ਆਮ ਲੋਕਾਂ ਦੇ ਵਿੱਚ ਬਾਅਦ 'ਚ ਸਾਨੂੰ ਪ੍ਰਭਾਵ ਮਿਲਦਾ ਰਿਹਾ ਕਿ ਇੱਥੇ ਜੀ ਰਾਤ ਬਰਾਤੇ ਲੋਕ ਲੁੱਟ ਖੋਹ ਵੀ ਕਰਦੇ ਨੇ ਅਤੇ ਅਸੌਲਟ ਕਰਦੇ ਨੇ ਲੋਕਾਂ ਨੂੰ ਇਹ ਨਹਿਰ ਦੇ ਕੰਢੇ 'ਤੇ। ਪੰਜਾਬ ਦੇ ਵਿੱਚ ਜਿਵੇਂ ਪੰਜਾਬ ਤੋਂ ਬਾਹਰ ਮੰਨ ਲਓ ਯੂਪੀ 'ਚ ਬਹੁਤ ਵਾਰਦਾਤਾਂ ਹੁੰਦੀਆਂ ਸੀ, ਹਰਿਆਣੇ 'ਚ ਹੁੰਦੀਆਂ ਸੀ, ਦਿੱਲੀ NCR 'ਚ ਹੁੰਦੀਆਂ ਸੀ, ਕਿਉਂਕਿ ਉੱਥੇ ਵੱਖ-ਵੱਖ ਸੂਬਿਆਂ ਤੋਂ ਆ ਕੇ ਲੋਕ ਰਹਿੰਦੇ ਨੇ। ਸੋ ਪੰਜਾਬ ਦੇ ਵਿੱਚ ਜੇ ਸਾਲ 2000 ਦੀ ਗੱਲ ਕਰ ਲਈਏ, ਫਿਰ 2010 ਦੀ ਕਰ ਲਈਏ, ਜਾਂ ਲਗਾਤਾਰ ਜਿਹੜਾ ਵਾਧਾ ਸਾਰੇ ਦੇਸ਼ 'ਚ ਹੀ ਹੋਇਆ ਇਸ ਤਰ੍ਹਾਂ ਦੀਆਂ ਵਾਰਦਾਤਾਂ ਦਾ, ਜ਼ੁਰਮਦਾਰ 'ਚ ਵਾਧਾ ਹੋਇਆ। ਸੋ ਪੰਜਾਬ ਦੇ ਵਿੱਚ ਜਿਹੜਾ ਜ਼ੁਰਮਦਾਰ 'ਚ ਵਾਧਾ ਹੋਇਆ, ਉਹਦੇ 'ਚ ਵੀ ਬਾਹਰਲੇ ਸੂਬਿਆਂ ਤੋਂ ਜਿਹੜੇ ਆ ਕੇ ਇੱਥੇ ਰਹਿ ਰਹੇ ਆ, ਉਹਨਾਂ ਦਾ ਕਿੰਨਾ ਕੁ ਵੱਡਾ ਰੋਲ ਤੁਸੀਂ ਮੰਨਦੇ ਹੋ, ਜਾਂ ਕਿੰਨੇ ਕੁ % ਉਹ ਨੇ ਜਿਹੜੇ ਕ੍ਰਾਈਮ ਕਰਦੇ ਆ? ਦੇਖੋ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਰਿਪੋਰਟਸ ਹੀ ਇਹ ਦੱਸ ਸਕਦੀਆਂ ਨੇ। ਸੌਰੀ, ਮੈਂ ਨਹੀਂ ਕਮੈਂਟ ਕਰ ਸਕਦਾ ਇਹਦੇ ਵੀ ਕਿੰਨੇ % ਹੈ, ਬਟ ਯੈਸ, ਇੱਕ ਮੈਂ ਕਹਿੰਦਾ ਦੇਖੋ ਕ੍ਰਾਈਮ ਇਸ ਕਿਸਮ ਦਾ ਹੁੰਦਾ ਰਿਹਾ, ਪਿੱਛੇ ਵੀ ਹੁੰਦਾ ਰਿਹਾ, ਹੁਣ ਵੀ ਹੁੰਦਾ। ਪਰ ਇਹ ਸਮਝੋ ਵੀ ਹੁਣ ਰਿਪੋਰਟਿੰਗ ਹੋ ਰਹੀ ਹੈ, ਪਹਿਲਾਂ ਰਿਪੋਰਟਿੰਗ ਨਹੀਂ ਹੁੰਦੀ ਸੀ। ਸੁਸਾਇਟੀ ਪ੍ਰੈਸ਼ਰ, ਆਲਾ ਦੁਆਲਾ ਬਣਨਾ ਨਹੀਂ, ਫਿਰ ਸਾਡੇ 'ਚ ਪੁਲਿਸ 'ਚ, ਐਡਮਿਨਿਸਟ੍ਰੇਸ਼ਨ 'ਚ, ਸਿਸਟਮ 'ਚ ਲੋਕਾਂ ਨੂੰ ਮਤਲਬ ਵਿਸ਼ਵਾਸ ਨਹੀਂ ਸੀ। ਹੁਣ ਇਹ ਆਪਾਂ ਕਹਿ ਸਕਦੇ ਹਾਂ ਵੀ ਪਿਛਲੇ 10-20 ਸਾਲ ਤੋਂ ਇਹ ਜਿਹੜੇ ਕ੍ਰਾਈਮ ਅਗੇਂਸਟ ਵੂਮਨ, ਕ੍ਰਾਈਮ ਅਗੇਂਸਟ ਚਿਲਡਰਨ, ਇਹ ਰਿਪੋਰਟ ਹੋ ਰਹੇ ਨੇ, ਹਾਂਜੀ, ਅਤੇ ਇਹ ਅਨਰਿਪੋਰਟਡ ਨਹੀਂ ਜਾ ਰਹੇ। ਇਹ ਜਾਗਰਤੀ ਹੈ, ਪਰ ਇਹ ਚੰਗੀ ਗੱਲ ਹੈ ਵੀ ਮਤਲਬ ਇਹ ਰਿਪੋਰਟ ਹੋ ਰਹੇ ਨੇ ਅਤੇ ਇਹਨਾਂ ਨੂੰ ਕਨਕਲੂਜਨ ਹੋ ਰਹੀ ਹੈ, ਅਤੇ ਕਨਕਲੂਜਨ ਦੇ ਨਾਲ ਜਿਵੇਂ ਨਿਰਭਇਆ ਕੇਸ ਦੇ ਵਿੱਚ ਹੋਇਆ, ਇਹ ਕੇਸ 'ਚ ਸਾਡੇ ਵਾਲੇ 'ਚ ਹੋ ਰਿਹਾ, ਹੋਰਾਂ 'ਚ ਵੀ ਪਿੱਛੇ ਜਿਵੇਂ ਕਪੂਰਥਲੇ ਦਾ ਦੱਸਿਆ ਫਾਂਸੀ ਹੋਈ ਹੈ। ਤੋ ਇਹਦੇ ਨਾਲ ਡੈਟਰੈਂਸ ਤਾਂ ਫੈਲੂਗੀ ਯਾਰ ਲੋਕਾਂ ਦੇ ਵਿੱਚ। ਮਤਲਬ ਬੇਸਿਕਲੀ ਤਾਂ ਰੋਕਣ ਦਾ ਹੀ ਮਸਲਾ ਹੈ ਨਾ ਜੀ। ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਕਰਨਾ ਤਾਂ ਬਾਅਦ ਦੀਆਂ ਗੱਲਾਂ ਨੇ। ਜੇ ਇੱਕ ਪਹਿਲਾਂ
ਆਮ ਲੋਕਾਂ ਦੇ ਦਿਮਾਗ 'ਚ ਸੀ ਵੀ ਚਲੋ ਜੀ ਜਿਹਨੂੰ ਮਤਲਬ ਇਹਨੂੰ ਵਿਮਨ ਨੂੰ ਆਬਜੈਕਟ ਵਾਂਗੂ ਦੇਖ ਕੇ ਤੇ ਜਿਹਨੂੰ ਜੀ ਕਰਿਆ ਕਰਕੇ ਕੋਈ ਗੱਲ ਨਹੀਂ, ਇਹਨਾਂ ਨੇ ਕਿਹੜਾ, ਇਹ ਤਾਂ ਅਬਲਾ ਨੇ ਜੀ, ਇਹਨਾਂ ਨੇ ਕਿਹੜਾ ਬੋਲਣਾ, ਉਹ ਕੰਮ ਮੁੱਕ ਗਿਆ। ਯੂ ਹੈਵ ਮਤਲਬ ਐਵਰੀਬਡੀ ਐਨੀਬਡੀ, ਜੇ ਕੋਈ ਵੀ ਬੰਦੇ, ਹਰ ਬੰਦੇ ਦੇ ਮਾਈਂਡ ਦੇ ਉੱਤੇ ਇੱਕ ਆ ਜਾਣੀ ਚਾਹੀਦੀ ਹੈ ਕਿ ਮਤਲਬ ਯੂ ਜਸਟ ਕਾਂਟ ਗੈਟ ਅਵੇ ਵਿਦ ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ, ਯੂ ਹੈਵ ਟੂ ਪੇ ਫॉर ਇਟ, ਯੂ ਵਿਲ ਬੀ ਕਾਊਂਟਡ ਫॉर। ਸਾਡੇ ਨਾਲ ਤਮਾਮ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।